ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੈਂਡੀ ਬੰਦਸ਼ ਮੈਂ ਕੋਈ ਨਾ ਡਿਠਾ, ਤੂੰ ਨਾਨਕ ਮਨ ਭਾਣਾ। ਕੋਲ ਕੁੰਭਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਕੋਲ ਕੁੰਭਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਤੀਜਾ, ਜੇ ਲੋੜਹਿ ਵਰ ਬਾਲੜੀਏ, ਤਾਂ ਗੁਰ ਚਰਣੀ ਚਿਤ ਲਾਏ ਰਾਮ। ਸਦਾ ਹੋਵੈ ਸੁਹਾਗਣੀ, ਹਰਿ ਜੀਉ ਮਰੈ ਨਾ ਜਾਏ ਰਾਮ। ਜੇ ਲੋੜਹਿ ਵਰ ਬਾਲੜੀਏ, ਤਾਂ ਗੁਰ ਚਰਣੀ ਚਿਤ ਲਾਏ ਰਾਮ। ਸਦਾ ਹੋਵੈ ਸੁਹਾਗਣੀ, ਹਰਿ ਜੀਉ ਮਰੈ ਨਾ ਜਾਏ ਰਾਮ। ਹਰਿ ਜੀਉ ਮਰੈ ਨਾ ਜਾਏ, ਗੁਰ ਕੈ ਸਹਿਜ ਸੁਭਾਏ। ਸਾਧਨ ਕੰਤ ਪਿਆਰੀ, ਸਚ ਸੰਜਮ ਸਦਾ ਹੈ ਨਿਰਮਲ। ਗੁਰ ਕੈ ਸ਼ਬਦ ਸ਼ਿੰਗਾਰੀ, ਮੇਰਾ ਪ੍ਰਭ ਸਾਚਾ ਸਦ ਹੀ ਸਾਚਾ। ਜਿਨ ਆਪੇ ਆਪ ਉਪਾਇਆ, ਨਾਨਕ ਸਦਾ ਪਿਰ ਰਾਵੇ ਆਪਣਾ। ਜਿਨ ਗੁਰ ਚਰਣੀ ਚਿਤ ਲਾਇਆ, ਪਿਰ ਪਾਇੜਾ ਬਾਲੜੀਏ। ਅਨਦਿਨ ਸਹਜੇ ਮਾਤੀ ਰਾਮ, ਗੁਰਮਤੀ ਮਨ ਆਨੰਦ ਭਇਆ। ਤਿਤ ਤਨ ਮਹਿਲ ਨ ਰਾਤੀ ਰਾਮ। ਤਿਤ ਤਨ ਮਹਿਲ ਨ ਰਾਤੀ, ਹਰ ਪ੍ਰਭ ਰਾਤੀ। ਮੇਰਾ ਪ੍ਰਭ ਮੇਲ ਮਿਲਾਏ, ਅਨ ਦਿਨ ਰਾਵੇ ਹਰ ਪ੍ਰਭ ਆਪਣਾ। ਵਿੱਚੋਂ ਆਪ ਗਵਾਏ, ਗੁਰਮਤਿ ਪਾਇਆ ਸਹਿਜ ਮਿਲਾਇਆ। ਆਪਣੇ ਪ੍ਰੀਤਮ ਰਾਤੀ, ਨਾਨਕ ਨਾਮ ਮਿਲੈ ਵਡਿਆਈ। ਪ੍ਰਭ ਰਾਵੇ ਰੰਗ ਰਾਤੀ, ਗੁਰਮਤਿ ਪਾਇਆ ਸਹਿਜ ਮਿਲਾਇਆ। ਆਪਣੇ ਪ੍ਰੀਤਮ ਰਾਤੀ, ਨਾਨਕ ਨਾਮ ਮਿਲੈ ਵਡਿਆਈ। ਪ੍ਰਭ ਰਾਵੇ ਰੰਗ ਰਾਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਰ ਅਪਾਰ ਅਜ਼ੀਮ ਬਖਸ਼ਿਸ਼ ਨਵਾਜ਼ਿਸ਼ ਹੈ। ਸੰਧਿਆ ਸਮੇਂ ਦੇ ਇਸ ਦੀਵਾਨ ਨੂੰ ਅਸੀਂ ਮਾਣ ਪਾ ਰਹੇ ਹਾਂ। ਅਜੇ ਹੁਣੇ ਆਪ ਗੁਰਬਾਣੀ ਕੀਰਤਨ ਉਸ ਦਾ ਆਨੰਦ ਪ੍ਰਾਪਤ ਕਰ ਰਹੇ ਸੀ। ਅਗਲੇਰੇ ਸਮੇਂ ਵਿੱਚ ਗੁਰਸ਼ਬਦ ਵਿਆਖਿਆਨ ਕਰਨ ਦਾ ਸਾਨੂੰ ਮੌਕਾ ਬਣਿਆ ਹੈ। ਇਸ ਗੋਚਰੇ ਸੂਹੀ ਰਾਗ ਦੇ ਛੰਦਾਂ ਦੀ ਵਿਚਾਰ ਹੁੰਦੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੀ ਇਹ ਪਾਵਨ ਰਚਨਾ ਹੈ,
ਜੋ ਸਾਨੂੰ ਪ੍ਰਾਪਤ ਹੋ ਰਹੀ ਹੈ। ਆਪ ਜੀ ਨੇ ਅਗਲੇ ਰੇ ਛੰਤ ਨੂੰ, ਜਿਸ ਨੂੰ ਅੱਜ ਅਸੀਂ ਪ੍ਰਾਰੰਭ ਕਰ ਰਹੇ ਹਾਂ, ਉਹਦੇ ਮੁਕਾਮੀ 2 ਪਦਿਆਂ ਦਾ ਪਾਠ ਸਰਵਣ ਕੀਤਾ ਹੈ। ਜੋ ਮੈਸੇਜ ਆ, ਕਿਉਂਕਿ ਆਲਮੋਸਟ ਅਸੀਂ ਲਾਵਾਂ ਦੇ ਪਾਠ ਦੇ ਬਹੁਤ ਕਲੋਜ਼ ਹਾਂ, ਗੁਰੂ ਰਾਮਦਾਸ ਸਾਹਿਬ ਦਾ ਛੰਤ ਜੋ ਹੈ ਲਾਵਾਂ ਦਾ, ਜਿਹੜੀ ਸਾਰੀ ਇਹਨਾਂ ਸ਼ਬਦਾਂ ਦੀ ਮੈਸੇਜ ਜਾਂ ਜਿਹੜੇ ਜਿਸ ਕੌਂਟੈਕਸਟ ਵਿੱਚ ਸਾਰਾ ਕੁਝ ਆ ਰਿਹਾ ਹੈ, ਇਸ ਰੂਹ ਦਾ ਪਰਮ ਰੂਹ ਦੇ ਨਾਲ ਮਿਲਾਪ ਵਿਆਪ ਦੇ ਕੌਨਸੈਪਟ 'ਤੇ ਜਿਸ ਕਿਸਮ ਦੀ ਬਾਤ ਚੱਲ ਰਹੀ ਹੈ। ਗੁਰੂ ਬਾਬਾ ਜੀ ਨੇ ਜੋ ਗੁਰਬਾਣੀ ਦਾ ਸਾਰਾ ਸੰਦੇਸ਼ ਕੈਰੀ ਕੀਤਾ ਆ, ਸਾਨੂੰ ਨਵਾਜਿਆ, ਬਖਸ਼ਿਆ ਹੈਗਾ, ਇਹ ਸਾਰਾ ਮੈਸੇਜ ਪ੍ਰੋ ਮੈਰਿਜ ਇੰਸਟੀਟਿਊਸ਼ਨ ਹੈ। ਟੋਟਲ ਵਿਵਾਹ ਸੰਸਥਾ ਨੂੰ ਗੁਰੂ ਬਾਬਾ ਜੀ ਉਹਦੀ ਪ੍ਰੋੜਤਾ ਕਰਦੇ ਨੇ, ਉਹਦੇ ਐਡਵੋਕੇਟ ਨੇ ਬੜੇ ਵੱਡੇ। ਗੁਰੂ ਬਾਬਾ ਜੀ ਉਹਦੀ ਦ੍ਰਿੜਤਾ ਦੀ ਗੱਲ ਕਰਦੇ ਨੇ। ਅੱਗੇ ਸਿਰਫ 2 ਅੰਗ ਹੋਰ ਨੇ, ਅਸੀਂ ਵੀ ਗੋਨਾ ਵੀ ਦੇਰ ਹਰ ਪਹਿਲੜੀ ਲਾਉਂ ਪ੍ਰਵਿਰਤੀ ਕਰਮ ਦ੍ਰਿੜਾਇਆ, ਮਤਲਬ ਦ੍ਰਿੜ ਕਰਾਇਆ, ਕਮਾਂਡ ਕਰ ਦਿੱਤੀ ਸਾਰੇ ਦੀ ਸਾਰੇ। ਸੋ ਇਹ ਸੰਦੇਸ਼ ਜਿਹੜਾ ਆ, ਇਹ ਲਗਾਤਾਰ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦਾ, ਤੇ ਇਹਨਾਂ ਸ਼ਬਦਾਂ 'ਤੇ ਖਾਸ ਕਰਕੇ ਜਿਹੜੀ ਇੰਸਪੀਰੇਸ਼ਨ ਹੈ ਉਹ ਸਾਰੀ ਇਸੇ ਕਿਸਮ ਦੀ ਹੈ। ਖੈਰ, ਇਹਦੇ ਨਾਲ ਦੀ ਨਾਲ ਜਿਵੇਂ ਅਸੀਂ ਇੱਕ ਧਰਤੀ 'ਤੇ ਕੰਪੈਨੀਅਨ ਲੱਭਦੇ ਹਾਂ, ਆਪਣੇ ਮੁਤਾਬਕ, ਆਪਣੇ ਜਜ਼ਬਾਤਾਂ ਦੇ ਮੁਤਾਬਕ, ਆਪਣੀਆਂ ਸੋਚਾਂ ਦੇ ਮੁਤਾਬਕ, ਇੱਕ ਸਾਡੀ ਧਰਤੀ ਦੇ ਉੱਤੇ ਇੱਕ ਡੈਸਟਨੀ ਹੁੰਦੀ ਹੈ ਕਿ some kind of a dream we really want to earn, we really want to enjoy। ਉਹਦੇ ਬਾਬਤ ਫਿਰ ਲੋਕੀ ਉਹੋ ਜਿਹੀ ਤਾਲੀਮ ਲੈਂਦੇ, ਉਹੋ ਜਿਹਾ ਸਾਥੀ ਲੱਭਦੇ, ਜੀਵਨ ਯਾਪਨ ਵਿੱਚ ਉਸ ਤਰੀਕੇ ਨਾਲ ਤੁਰਦੇ ਅੱਗੇ। ਜਦੋਂ ਬਹੁਤ ਵਾਈਜ਼ ਲੈਵਲ 'ਤੇ ਡੀਪ ਲੈਵਲ 'ਤੇ ਬੰਦਾ ਆ ਜਾਏ ਤੇ ਸਾਰੇ ਇਸ ਕਾਜ਼ਮੋ ਨੂੰ ਦੇਖੇ, ਲਾਅ ਆਫ ਕਾਜ਼ਮੋ ਨੂੰ, ਹੁਕਮ ਨੂੰ ਦੇਖੇ, ਤੇ ਫਿਰ ਅਹਿਸਾਸ ਹੁੰਦਾ ਹੈ ਕੋਈ ਵੱਡਾ ਪਰਪਸ ਵੀ ਹੈ ਲਾਈਫ ਦਾ, ਐਕਸੈਪਟ ਇਹ ਛੋਟੀਆਂ ਚੀਜ਼ਾਂ ਨੂੰ ਦੇਖ ਕੇ। ਫਿਰ ਉਸ ਵੱਡੇ ਪਰਪਸ ਲਈ, ਜਿਹਨੂੰ ਗੁਰੂ ਅਰਜਨ ਸਾਹਿਬ ਨੇ ਬਿਆਨ ਕੀਤਾ ਸੀਗਾ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਫਿਰ ਵੱਡਾ ਪਰਪਸ ਆ ਗਿਆ, ਗੋਬਿੰਦ ਨੂੰ ਮਿਲਣਾ ਆ। ਮਿਲ ਜਗਦੀਸ਼ ਮਿਲਨ ਕੀ ਬਰੀਆ, ਅਰਦਾਸ ਆ, ਤਰਲਾ ਆ, ਹੇ ਜਗਤ ਦੇ ਈਸ਼, ਆਲਮਾਈਟੀ who has created this whole creation, please, I really want to enjoy oneness with you। ਸੋ ਹੈ ਪਹੀ ਪ੍ਰਾਪਤ ਮਾਨੁਖ ਦੇਹੁਰੀਆ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸਿੰਜਰੀਆ। And I have this golden opportunity as a human life, ਕਿਉਂਕਿ ਹੋਰ ਵੀ ਬੜੇ ਕਿਸਮ ਦੀ ਲਾਈਫ ਅਸੀਂ ਵੇਖਦੇ ਹਾਂ ਇੱਥੇ, ਵਿਟਨੈਸ ਕਰਦੇ ਹਾਂ, ਡਿਫਰੈਂਟ ਕ੍ਰੀਚਰਸ ਜਿਨ੍ਹਾਂ ਦੇ ਵਿੱਚ ਦਿਲ ਵੀ ਹੈ, ਲਿਵਰ ਵੀ ਹੈ, ਗੁਰਦੇ ਵੀ ਨੇ, ਜਿਨ੍ਹਾਂ ਦੇ ਡਿਫਰੈਂਟ ਕਿਸਮ ਦੇ ਨੇ, ਪਰ ਬਾਡੀ ਪਾਰਟਸ, ਆਰਗਨਸ ਵੀ ਨੇ, ਪਾਰਟਸ ਵੀ ਨੇ, ਸੇਮ ਕਿਸਮ ਦੇ ਨਾਲ ਉਹ ਵੀ ਫੂਡ ਇਨਟੇਕ ਕਰਦੇ ਨੇ, ਆਕਸੀਜਨ ਇਨਹੇਲ ਕਰਦੇ ਨੇ। ਦੇ ਆਲਸੋ ਪ੍ਰੋਵਾਈਡ ਸਮ ਕਾਈਂਡ ਆਫ ਅ ਰੋਲ ਇਨ ਦਿਸ ਹੋਲ ਈਕੋਸਿਸਟਮ। ਬਟ ਜਿਹੜਾ ਪਰਪਸ ਮੈਂ ਸਰਵ ਕਰ ਸਕਦਾ ਹਾਂ, ਮੈਂ ਆਪਣੇ ਆਪ ਦੇ ਵਿੱਚ ਕਮਾ ਸਕਦਾ ਹਾਂ, ਇੱਥੇ ਅਟੇਨ ਕਰ ਸਕਦਾ, ਉਹ ਨਹੀਂ ਕਰ ਸਕਦੇ। ਸੋ ਦਾਤਾ ਮੇਰੇ ਤੇ ਤਰਸ ਕਰ, ਮੈਂ ਉਸ ਹਾਇਰ ਪੋਸੀਬਿਲਿਟੀ ਦੇ ਨਾਲ ਆਇਆ ਵਾਂ, ਮੇਕ ਮੀ ਏਬਲ ਟੂ ਟੱਚ ਇਟ। ਸੋ ਇਹ ਜਿਹੜੀ ਬਾਤ ਆ ਰਹੀ ਹੈ, ਇਹਦੇ 'ਚ ਫਿਰ ਗੁਰੂ ਬਾਬਾ ਜੀ ਫਿਰ ਰੂਹਾਨੀ ਤੌਰ 'ਤੇ ਸਾਡੀ ਇਸ ਰੂਹ ਦਾ, ਪਰਮ ਰੂਹ ਦੇ ਨਾਲ ਵਿਆਹ ਦਾ ਕੌਨਸੈਪਟ, ਇਹੋ ਜਿਹੀ ਬਾਤ ਵੀ ਪਾਉਂਦੇ ਨੇ ਵਿੱਚ। ਅਸੀਂ ਸ਼ਬਦ ਨਾਲ ਲੈ ਲੈਂਦੇ ਹਾਂ, ਕਿਉਂਕਿ ਇਹਦੇ 'ਚ ਜਿਵੇਂ ਜਿਵੇਂ ਦੀ ਟਰਾਂਸਲੇਸ਼ਨ ਦੇਖਾਂਗੇ, ਫਿਰ ਉਹਦੀ ਇੰਟਰਪ੍ਰੀਟੇਸ਼ਨ 'ਚ ਜਾਵਾਂਗੇ, ਵੀ ਕੈਨ ਗੈਟ ਦਾ ਆਈਡੀਆ ਬਾਬਾ ਜੀ ਕਿਸ ਤਰੀਕੇ ਨਾਲ ਸਾਨੂੰ ਉਪਦੇਸ਼ ਨਵਾਜ ਰਹੇ ਨੇ। ਬਚਨ ਹੈ, ਜੇ ਲੋੜ ਹੈ ਵਰ ਬਾਲੜੀਏ, ਤਾਂ ਗੁਰ ਚਰਣੀ ਚਿਤ ਲਾਏ ਰਾਮ। ਜੇ ਲੋੜ ਹੈ ਵਰ ਬਾਲੜੀਏ। ਫਿਰ ਮੈਂ ਥੋੜ੍ਹੀ ਜਿਹੀ ਬਾਤ ਕਰਾਂਗਾ, ਕਿਉਂਕਿ ਕਲਚਰਲ ਜਿਹੜਾ ਉਹ ਸਾਰਾ ਕੌਨਟੈਕਸਟ ਆ, ਜਿਸ ਸਮੇਂ ਦੇ ਵਿੱਚ, ਜਿਸ ਗਿਵਨ ਜੋਗ੍ਰਾਫੀਕਲ ਏਰੀਏ 'ਚ, ਜਿਸ ਗਿਵਨ ਟਾਈਮ ਬਾਉਂਡ ਦੇ ਵਿੱਚ ਗੁਰੂ ਬਾਬਾ ਜੀ ਬਾਣੀ ਉਚਾਰਦੇ ਨੇ, ਉਸ ਸਾਰੇ ਨੂੰ ਸਮਝ ਕੇ, ਉਸ ਸਾਰੇ ਨੂੰ ਅਸੀਂ ਨਜ਼ਰ ਤੋਂ ਪਰੋਖੇ ਨਹੀਂ ਕਰ ਸਕਦੇ। ਅਦਰਵਾਈਜ਼
ਅਸੀਂ ਗੁਰਬਾਣੀ ਨੂੰ, ਜਿਵੇਂ ਅੱਜ ਕੱਲ੍ਹ ਤੁਸੀਂ ਬਹੁਤ ਸਾਰੇ ਇੰਗਲਿਸ਼ ਲੈਂਗੁਏਜ ਦੇ ਸਰਚ ਇੰਜਨਸ ਜਾਂ ਟਰਾਂਸਲੇਸ਼ਨ ਦੇਣ ਵਾਲੀਆਂ ਵੈਬਸਾਈਟਸ ਵਗੈਰਾ ਦੇਖਦੇ ਹੋ, ਦੇ ਟਰਾਈ ਟੂ ਟਰਾਂਸਲੇਟ ਦ ਹੋਲ ਬਾਣੀ ਇਨ ਐਕਚੁਅਲੀ ਸਿੰਪਲ ਵਰਡਸ, ਮਤਲਬ ਦੀ ਸਿੰਪਲ ਲਿਟਰਲੀ ਟਰਾਂਸਲੇਸ਼ਨ ਕਰ ਦਿੰਦੇ। ਜਿਵੇਂ ਲਿਟਰਲੀ ਟਰਾਂਸਲੇਸ਼ਨ ਦੀ ਕਰੋ, ਜੇ ਲੋੜ ਹੈ, ਇਫ ਯੂ ਰੀਅਲੀ ਵਾਂਟ, ਇਹ ਆ ਰਹੀ ਬਾਤ, ਵਰਬ ਆਲਰੇਡੀ ਹੈ। ਉਹ small or young lady or young girl, if you really want a husband or you're really actually partner as a almighty Akal Purukh Vaheguru, ਉਹਦੀ ਬਾਤ ਹੋਈ। if ਜੇ ਲੋੜ ਹੈ ਵਰਬਾਲੜੀ ਹੈ, if you want to fulfill this kind of wish, ਤਾਂ ਗੁਰਚਰਨੀ ਚਿਤ ਲਾਏ ਰਾਮ, then you have to engage yourself with the feet of your Guru। ਇਹ ਸਿੰਪਲ ਲਿਟਰਲੀ ਟਰਾਂਸਲੇਸ਼ਨ ਹੋ ਜਾਏਗੀ ਇਹਦੀ। ਹੁਣ ਇਹਦਾ ਜਿਹੜਾ ਇਹ ਸਾਰਾ ਮਾਇਨਾ ਆ, ਇੱਕ ਮੈਟਾਫੋਰ ਦੇ ਤੌਰ ਤੇ ਹੈ, ਇਹਨੂੰ ਲੈਣਾ ਪਏਗਾ। ਜਿਹੜੀ ਇਹ ਲਾਈਨ ਆ, ਤਾਂ ਇਹਦੇ ਮਾਇਨੇ ਅਸੀਂ ਵਿੱਚੋਂ ਲੱਭ ਸਕਾਂਗੇ। ਅਦਰਵਾਈਜ਼ ਬੰਦਾ ਸੋਚੇਗਾ ਕਿ ਗੱਲ ਕੀ ਹੋ ਰਹੀ ਹੈ। ਹੁਣ ਗੱਲ ਇਹਦੇ 'ਚ ਇਹ ਹੈ ਕਿ ਆਪ ਨੂੰ ਅਹਿਸਾਸ ਹੋਏਗਾ, ਜਿਵੇਂ ਪੰਜਾਬੀ ਜ਼ਬਾਨ ਦੇ ਵਿੱਚ ਜਿਹੜੇ ਜਾਂ ਪੰਜਾਬੀ ਕਲਚਰ ਜਿਹੜੇ ਕਿੱਸੇ ਮਿਲਦੇ ਨੇ, ਕਹਾਣੀਆਂ ਜਿਹਨਾਂ ਨੂੰ ਲੋਕੀ ਪ੍ਰੇਮ ਕਹਾਣੀਆਂ ਕਿੱਸਿਆਂ ਦੇ ਰੂਪ ਵਿੱਚ ਯਾਦ ਕਰਦੇ ਨੇ, ਉਹਨਾਂ ਦੇ ਵਿੱਚ ਉਹ ਭਾਵੇਂ ਹੀਰ ਰਾਂਝਾ ਆ, ਭਾਵੇਂ ਉਹ ਸੱਸੀ ਪੰਨੂ ਹੈ, ਕੋਈ ਵੀ ਲੈ ਲਓ, ਟ੍ਰੈਜਿਡਿਕ ਐਂਡ ਆ। ਕੋਈ ਵੀ ਬੜਾ ਜਿਹੜਾ ਆ, ਜਿਹਨੂੰ ਕਹਿ ਲਓ ਕਿ ਬੜਾ ਹਾਰਮੋਨਾਈਜ਼ ਕਰਨ ਵਾਲਾ ਜਾਂ ਬੜਾ ਹੈਪੀ ਐਂਡਿੰਗ ਨਹੀਂ ਮਿਲੇਗੀ ਤੁਹਾਨੂੰ। ਹੁਣ ਇਹ ਜਿਹੜੀ ਚੀਜ਼ ਹੈ, ਤੇ ਇਸ ਟ੍ਰੈਜਿਡਿਕ ਐਂਡਿੰਗ ਨੂੰ ਲੋਕੀ ਗਾਉਂਦੇ ਨੇ, ਲੋਕੀ ਉਹਨੂੰ ਅਲਾਪਦੇ ਨੇ, ਲੋਕੀ ਵਾਰ-ਵਾਰ ਯਾਦ ਕਰਦੇ ਨੇ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ ਵੀ ਗਾਇਆ ਉਹਨੂੰ ਜਾਂਦਾ ਆ, ਪਰ ਜਜ਼ਬਾਤ ਆਪਣਿਆਂ ਨੂੰ ਵਾਰ-ਵਾਰ ਬੰਦਾ ਫੀਲ ਕਰਦਾ ਆ, ਬਿਕੋਜ਼ ਵੀ ਆਲ ਹੈਵ ਸਮ ਕਾਈਂਡ ਆਫ ਪੇਨ ਇਨਸਾਈਡ। ਤੇ ਉਹਦਾ ਮਤਲਬ ਇਹ ਹੈ ਕਿ ਜਿਹੜੀ ਜ਼ਿੰਦਗੀ ਦੀ ਉਹ ਮੁਕੰਮਲਤਾ, ਉਹ ਜਿਹੜਾ ਇੱਕ ਡਰੀਮ ਸੀਗਾ, ਉਹ ਜਿਹੜਾ ਖਾਬ ਸੀਗਾ, ਉਹ ਜਿਹੜੀ ਅਸਲ ਦੁਨੀਆ ਮੈਂ ਲੱਭ ਰਿਹਾ ਸੀ, ਉਹ ਦੁਨੀਆ ਨਹੀਂ ਲੱਭੀ ਮੈਨੂੰ। That world has been lost somewhere. So I have sort of pain inside. ਸੋ ਉਹਨੂੰ ਕਿਵੇਂ ਮੈਂ ਫੀਲ ਕਰਾਂ, ਕਿਵੇਂ ਉਹਨੂੰ ਬਿਆਨ ਕਰਾਂ, ਕਿਵੇਂ ਉਸ ਨੂੰ ਦੁਬਾਰਾ ਆਪਣੇ ਆਪ ਨੂੰ ਦੱਸ ਸਕਾਂ। ਸੋ ਇਹੋ ਜਿਹੀਆਂ ਚੀਜ਼ਾਂ ਗਾਉਂਦੇ ਲੋਕੀ, ਇਹੋ ਜਿਹੀਆਂ ਚੀਜ਼ਾਂ ਕਰਦੇ ਇਸ ਤਰੀਕੇ ਦੇ ਨਾਲ। ਇਸ ਨੂੰ ਇੱਕ ਸਿੰਪਲ ਲੈਵਲ 'ਤੇ ਹੋਰ ਤਰੀਕੇ ਨਾਲ ਲੈ ਲੈਣਾ, ਜਿਵੇਂ ਆਪਾਂ ਉਸ ਦਿਨ ਮਿਸਾਲ ਕਰ ਰਹੇ ਸੀਗੇ, ਐਗਜ਼ਾਮਪਲ ਕਰ ਰਹੇ ਸੀਗੇ, ਵੈਸੇ ਹੈਗੀ ਤੇ ਮੈਡਰਿਟ ਲਿਟਰੇਚਰ ਦੇ ਵਿੱਚੋਂ ਐਗਜ਼ਾਮਪਲ ਆ, ਪਰ ਅਕਸਰ ਕੋਟ ਕੀਤੀ ਜਾਂਦੀ ਹੈ ਕਿ ਜਿਹੜੀਆਂ ਕੁਝ ਜਿਹਨੂੰ ਕਹਿ ਲਓ ਕਿ ਸਮੋਲ ਫਿਸ਼ਿਸ ਜਿਹੜੇ ਨੇ, ਸਮੋਲ ਫਿਸ਼ ਜਿਹੜੀਆਂ ਹੁੰਦੀਆਂ ਨੇ, ਜਿਹੜੀਆਂ ਮੱਛੀਆਂ ਨੇ, ਉਹ ਖੇਡ ਰਹੀਆਂ ਨੇ, ਹਟਕੇਲੀਆਂ ਕਰ ਰਹੀਆਂ ਨੇ ਪਾਣੀ ਦੇ ਵਿੱਚ, ਅਤੇ ਇੱਕ ਦੂਜੇ ਦੇ ਨਾਲ ਗੱਲਾਂ ਕਰ ਰਹੀਆਂ ਨੇ। ਗੱਲਾਂ ਕਰਨ ਦੇ ਦੌਰਾਨ ਇੱਕ ਦੂਸਰੇ ਨੂੰ ਉਹ ਕਹਿ ਰਹੀਆਂ ਨੇ, ਇੱਕ ਕਹਿ ਰਹੀ ਹੈ ਕਿ ਯੂ ਨੋ one day I really want to enjoy ocean. I really want to be in ocean. ਇਸ ਕਿਸਮ ਨਾਲ ਕਹਿ ਰਹੀ ਹੈ। ਦੂਸਰੇ ਨੂੰ ਕਹਿੰਦੀ, yeah, I have heard too. That is very big. I really want to enjoy too. ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਸਾਰੀਆਂ। ਇੱਕ ਬੁੱਢੀ ਮੱਛੀ ਆ, ਉਹ ਸਾਰੀ ਗੱਲਾਂ ਸੁਣਦੀ ਉਹਨਾਂ ਦੀ। ਉਹ ਕਹਿ ਰਹੀਆਂ ਨੇ ਕਿ ਅਸੀਂ ਨਾ ਸਮੁੰਦਰ 'ਚ ਜਾਣਾ, ਅਸੀਂ ਸਮੁੰਦਰ ਲੱਭਣਾ, ਅਸੀਂ ਸਮੁੰਦਰ ਨੂੰ ਇੰਜੋਏ ਕਰਨਾ, ਇਹ ਕਹਿ ਰਹੀ। ਜਦੋਂ ਇਹ ਗੱਲ ਹੋ ਰਹੀ ਹੈ ਤੇ ਉਹ ਬੁੱਢੀ ਮੱਛੀ ਹੱਸਦੀ ਹੈ, ਤੇ ਹੱਸ ਕੇ ਕਹਿੰਦੀ ਹੈ, ਬੱਚਿਓ ਤੁਸੀਂ ਕਿੰਨੀਆਂ ਭੋਲੀਆਂ ਜੇ। ਉਹ ਕਹਿੰਦੀ ਮਤਲਬ ਕੀ? ਕਹਿੰਦੇ ਮਤਲਬ ਇਹ ਕਿ ਯੂ ਆਰ ਆਲਰੇਡੀ ਇਨ ਦ ਓਸ਼ਨ। ਕਹਿੰਦੀ ਨੋ, ਦਿਸ ਇਜ਼ ਜਸਟ ਵਾਟਰ, ਆਮ ਨੋਟ ਇਨ ਓਸ਼ਨ। ਕਹਿੰਦੀ ਨੋ, ਯੂ ਆਰ ਆਲਰੇਡੀ ਇਨ ਓਸ਼ਨ। ਤਾਂ ਸਾਨੂੰ ਲੱਗਦਾ ਪਾਣੀ ਹੈ, ਐਕਚੁਅਲ ਲੈਵਲ ਤੇ ਓਸ਼ਨ ਹੈ ਬੜਾ ਵੱਡਾ ਜਿਹਦੇ ਤੁਸੀਂ ਹੈਗੇ ਹੋ। ਹੁਣ ਜੇ ਅਸੀਂ ਸੰਸਾਰ 'ਤੇ ਦੇਖੀਏ ਨਾ, ਤੇ ਸੰਸਾਰ ਦੇ ਵਿੱਚ ਸੱਚਾਈ ਇਹ ਹੈ, ਅਸੀਂ ਇੱਕ ਵੱਖਰੀ ਦੁਨੀਆ ਲੱਭਣੀ ਚਾਹ ਰਹੇ ਹਾਂ, ਜੋ ਦੁਨੀਆ ਸਾਨੂੰ ਮਿਲਦੀ ਨਹੀਂ, ਤੇ ਉਹਦੇ ਪਿੱਛੇ ਅਸੀਂ ਬੌਲੇ ਹੋਏ ਕਮਲੇ ਭੱਜੇ ਫਿਰਦੇ ਹਾਂ। ਜਿਹਨੂੰ ਸਾਹਿਬ ਕਹਿੰਦੇ ਧਾਵਤ ਕੋ ਧਾਵੈ ਬਹੁ ਭਾਂਤ ਕਰ। ਇੱਕ ਅੱਗੇ ਭੱਜ ਰਹੀ ਹੈ ਚੀਜ਼, ਉਹਦੇ ਮਗਰ ਭੱਜ ਰਿਹਾ ਬੰਦਾ, ਤੇ ਰੇਸ ਲੱਗੀ, ਦੌੜ ਲੱਗੀ ਰਾਤ ਦਿਨ, ਉਹ ਖਾਬਾਂ ਖਿਆਲਾਂ ਹਰ ਜਗ੍ਹਾ ਦੇ ਉੱਤੇ ਇਸ ਤਰੀਕੇ ਨਾਲ।
इस बाबत गुरु बाबा जी ने कहा, वो भले बंदे जिसनों तू लभ रहा है वो तेरे अंग संग है, तू कैरी कर रहा हर समय। खुशी कह लो, सुख कह लो, शांति कह लो, आत्मक सरबुलंदी कह लो, रब कह लो, इस तरीके ਨਾਲ ਸੰਗਿਆਵਾਂ ਆਉਂਦੀਆਂ ਬਾਣੀ ਦੇ ਵਿੱਚ। ਰੱਬ ਨੂੰ ਵੀ ਗੁਰਬਾਣੀ ਨੇ ਸੁਖ ਦਾਤਾ ਕਿਹਾ ਹੈ। ਜੇ ਕਿਹਾ ਕਿ ਜੇ ਤੈਨੂੰ ਵਾਕਿਆ 'ਚ ਹੀ ਉਹ ਪਰਮ ਸੁਖ ਦੀ ਪ੍ਰਾਪਤੀ ਚਾਹੀਦੀ ਹੈ ਤੇ ਫਿਰ ਇਹ ਹੈ ਕਿ ਤੂੰ ਰਾਮ ਦੀ ਸ਼ਰਨ ਪ੍ਰਾਪਤ ਕਰ ਲੈ। ਇੱਥੇ ਵੀ ਉਹਦੀ ਗੱਲ ਆ ਰਹੀ ਹੈ ਕਿ ਜੇ ਉਸ ਮਹਾਸੁਖ ਤੱਕ ਤੂੰ ਪਹੁੰਚਣਾ ਆ ਤੇ ਫਿਰ ਇਹ ਹੈ ਸ਼ਰਨ ਰਾਮ ਕੀ ਲੈ, ਫਿਰ ਰੱਬ ਦੀ ਸ਼ਰਨ 'ਚ ਆ ਜਾ। ਉਸ ਰੂਪ ਵਿੱਚ ਬਾਤ ਆਈ। ਹੁਣ ਇਹ ਚੀਜ਼ਾਂ ਜਿਹੜੀਆਂ ਇਸ ਤਰੀਕੇ ਨਾਲ ਕਹੀਆਂ ਗਈਆਂ, ਇਹਨੂੰ ਮੈਂ ਕਲਚਰਲ ਆਸਪੈਕਟ ਵਿੱਚ ਉਸ ਤਰੀਕੇ ਨਾਲ ਸਮਝਣ ਵਾਸਤੇ ਬਾਤ ਪਾ ਰਿਹਾ ਸੀਗਾ। ਕਲਚਰਲ ਆਸਪੈਕਟ ਦੇ ਵਿੱਚ ਇਹ ਸੀਗਾ ਕਿ ਮੈਸਕੂਲਨ ਅਤੇ ਫੈਮਿਨਨ ਜੈਂਡਰ ਪੰਜਾਬ ਦੀ ਉਸ ਫਿਜ਼ਾ ਵਿੱਚ ਤੁਸੀਂ ਦੇਖੋ, ਹੁਣ ਤਾਂ ਥੋੜ੍ਹੀ ਤਾਲੀਮ ਆਈ ਜਿਨ੍ਹਾਂ ਮੁਲਕਾਂ 'ਚ ਅਸੀਂ ਬੈਠੇ ਹਾਂ, ਕੈਪੀਟਲਿਸਟਿਕ ਕੰਟਰੀਆਂ ਕਹਿੰਦੇ ਆ ਇਹਨਾਂ ਨੂੰ, ਬਲਕਿ ਮੈਂ ਕਹਿੰਦਾ ਇਹ ਸੋਸ਼ਲਿਸਟ ਕੈਪੀਟਲਿਸਟ ਕੰਟਰੀਜ਼ ਨੇ ਐਕਚੁਅਲ ਲੈਵਲ 'ਤੇ। ਹਿਊਮਨ ਵੈਲਫੇਅਰ 'ਤੇ ਇਹਨਾਂ ਨੇ ਕੰਮ ਕੀਤਾ, ਵੈਲਬੀਂਗ 'ਤੇ ਕੰਮ ਕੀਤਾ ਬੜੇ ਵੱਡੇ ਲੈਵਲ 'ਤੇ। ਅਤੇ ਡੈਮੋਕ੍ਰੈਟਿਕ ਸਿਸਟਮ ਹੈ, ਇਸ ਸਿਸਟਮ ਦੇ ਸਾਡੀ ਸਾਰਿਆਂ ਦੀ ਪਾਰਟੀਸਪੇਸ਼ਨ ਆ, ਭਾਵੇਂ ਅਸੀਂ ਰੀਸੈਂਟਲੀ ਇਮੀਗ੍ਰਾਂਟ ਦੇ, ਭਾਵੇਂ ਜਨਰੇਸ਼ਨ ਤੋਂ ਲੋਕ ਇੱਥੇ ਰਹਿ ਰਹੇ ਨੇ, ਪਰ ਅਵੇਅਰ ਹੋਣਾ ਪਏਗਾ ਇਹਦੇ ਬਾਬਤ। ਪਰ ਇਹ ਸੱਚਾਈ ਹੈ, ਇੱਥੇ ਜ਼ਿੰਦਗੀ ਜਿਹੜੀ ਹੈ ਉਹ ਕਾਫੀ, ਜਿਹਨੂੰ ਕਿਹਾ ਜਾਏ ਕਿ ਕੁਆਲਿਟੀਫੁਲ ਲਾਈਫ, ਮਤਲਬ ਕੁਆਲਿਟੀ ਆਫ ਲਾਈਫ ਪੀਪਲ ਕੈਨ ਇੰਜੋਏ ਓਵਰ ਹੇਅਰ। ਉਹ ਖਾਣ ਰਹਿਣ ਸਹਿਣ ਪਾਣ ਦੀਆਂ ਸਾਰੀ ਬਾਤ 'ਚ ਆਉਂਦੀ ਹੈ। ਫਿਰ ਇੱਕ ਆਪਣੀ ਮਨ ਮਰਜ਼ੀ ਦੇ ਮੁਤਾਬਕ ਕੰਮਕਾਰ ਕਰਨੇ, ਪੜ੍ਹਾਈ ਕਰਨੀ, ਇਹਦੀ ਵੀ ਇੱਥੇ ਅਵੇਲੇਬਿਲਿਟੀ ਹੈ, ਇੱਥੇ ਮੌਜੂਦਗੀ ਹੈ, ਰਿਸੋਰਸਿਸ ਨੇ, ਸਭ ਚੀਜ਼ਾਂ ਨੇ। ਹੁਣ ਇਹਨਾਂ ਮੁਲਕਾਂ ਦੇ ਵਿੱਚ ਬੱਚੀਆਂ ਤੁਸੀਂ ਦੇਖੋ ਕਿਵੇਂ ਸਟੂਡੈਂਟ ਬਣ ਕੇ ਪੜ੍ਹਨ ਵਾਸਤੇ ਇਮੀਗ੍ਰੇਸ਼ਨ ਲੈ ਕੇ ਆ ਰਹੀਆਂ ਸਭ ਰੂਪ ਵਿੱਚ। ਸੋ ਉਹਨਾਂ ਦੀ ਆਪਣੀ ਹੋਣੀ ਬਦਲੀ, ਉਹਨਾਂ ਦੀ ਆਪਣੀ ਉਹ ਸਭ ਚੀਜ਼ਾਂ ਬਦਲੀਆਂ। ਉੱਥੇ ਵੀ ਕੁਝ ਐਜੂਕੇਸ਼ਨ ਨਾਲ ਕੁਝ ਚੀਜ਼ਾਂ ਨਾਲ ਚੀਜ਼ਾਂ ਤਬਦੀਲ ਹੋਈਆਂ, ਪਰ ਇਹਦੇ ਨਾਲ ਦੀ ਨਾਲ ਹਾਂ ਕੁਝ ਸਮਾਜ ਦੇ ਵਿੱਚ ਜਿਹੜੀ ਕਾਣ ਆ, ਜਿਹਨੂੰ ਕਹਿ ਲਓ ਕਿ ਇੱਕ ਜੈਂਡਰ ਬੇਸਡ ਜਿਹੜੀ ਡਿਸਕ੍ਰਿਮੀਨੇਸ਼ਨ ਆ, ਉਹ ਐਗਜ਼ਿਸਟ ਕਰਦਾ। ਉਹ ਇੱਥੇ ਵੀ ਹੈ, ਹਾਂ ਸਰਫੇਸ 'ਤੇ ਉਹਨਾਂ ਨਹੀਂ ਦਿਸਦਾ, ਅੰਡਰ ਤੁਸੀਂ ਡੀਪ ਜਾਓ ਤੇ ਮਿਲ ਜਾਂਦਾ, ਪਰ ਉਹ ਉਸ ਲੈਵਲ 'ਤੇ ਹਾਰਮਫੁਲ ਨਹੀਂ ਹੈਗਾ ਜਿਵੇਂ ਉੱਥੇ ਹੈ। ਇਹ ਉੱਥੇ ਬੱਚੀ ਦਾ ਥੋੜ੍ਹਾ ਵੱਡਾ ਹੋਣਾ ਪਰਿਵਾਰ ਵਾਸਤੇ, ਉਹਨੂੰ ਪੜ੍ਹਾਉਣ ਲਿਖਾਉਣ ਤੋਂ ਵੱਧ ਕੇ ਉਹਦੀ ਸਿਕਿਉਰਿਟੀ ਦੀ ਮੁਸ਼ਕਿਲ ਬਣ ਜਾਂਦੀ ਹੈ ਵੀ ਕੋਈ ਇਹਨੂੰ ਨੁਕਸਾਨ ਨਾ ਪਹੁੰਚਾ ਦੇ, ਕੋਈ ਇਸ ਤਰੀਕੇ ਨਾਲ ਕੁਆਲੇ ਦੁਆਲੇ, ਇਸ ਕਿਸਮ ਦੀ ਗੱਲ ਜਿਹੜੀ ਆ ਚੱਲਦੀ ਹੈ। ਅਕਸਰ ਅਸੀਂ ਕੇਸ ਵੀ ਇਹੋ ਜਿਹੇ ਦੇਖਦੇ ਹਾਂ। ਇੱਥੇ ਐਟਲੀਸਟ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਥੋੜ੍ਹਾ ਡਰ ਘੱਟ ਜਾਂਦਾ, ਭੈ ਘੱਟ ਜਾਂਦਾ। ਮਤਲਬ ਵਨਰੇਬਲ ਤਾਂ ਹੁੰਦੇ ਨੇ ਬੱਚੇ, ਹਰ ਥਾਂ 'ਤੇ ਹੁੰਦੇ ਨੇ, ਪਰ ਉਹਨਾਂ ਦੇ ਬਾਬਤ ਇੰਨਾ ਕੁ ਹੋ ਜਾਂਦਾ। ਪਰ ਜੇ ਆਪਾਂ ਪਿਛੋਕੜ ਵਿੱਚ ਦੇਖਦੇ ਹਾਂ, ਜਦੋਂ ਬੱਚੀ ਦੀ ਹੋਂਦ, ਸਪੋਜ਼ ਬੱਚੀ ਪੈਦਾ ਹੋਈ ਹੈ, ਉਹਨੂੰ ਹੀ ਰੱਖਿਆ, ਪਿਤਾ 'ਤੇ ਖੜ੍ਹੀ ਹੈ, ਉਸ ਤੋਂ ਬਾਅਦ ਭਰਾਵਾਂ 'ਤੇ ਖੜ੍ਹੀ ਹੈ, ਫਿਰ ਉਸ ਨੂੰ ਇਹੋ ਜਿਹੇ ਸ਼ਖਸ ਦੇ ਲੜ ਲਾਇਆ ਜਿਹੜਾ ਉਹਦਾ ਪਤ ਰਾਖਾ ਬਣ ਸਕੇ। ਪਤੀ ਤਾਂ ਹੀ ਕਿਹਾ ਜਾਂਦਾ ਸੀ ਉਹਨੂੰ, ਪਤ ਦਾ ਰਾਖਾ। ਅਤੇ ਫਿਰ ਇਹ ਵੀ ਹੈ, ਪਤ ਦਾ ਰਾਖਾ ਤਾਂ ਹੋਏ, ਪਰ ਉਹਦੇ ਜਜ਼ਬਾਤਾਂ ਦੀ ਤਰਜਮਾਨੀ ਵੀ ਕਰੇ, ਉਹਦੀਆਂ ਜੋ ਅੰਦਰ ਦੀਆਂ ਸਦਰਾਂ ਨੇ ਉਹਨਾਂ ਨੂੰ, ਉਹਨਾਂ ਹਿਰਸਾਂ ਨੂੰ ਉਹ ਫੁੱਲਫਿਲ ਕਰ ਸਕੇ। ਜਿਹੜੀ ਬਾਤ ਕੀਤੀ ਕਿੱਸਿਆਂ ਦੀ ਬਾਤ ਕਰ ਰਿਹਾ ਸੀਗਾ ਮੈਂ, ਉਹਦੇ ਜਦੋਂ ਜਿੱਥੇ ਉਹ ਹਿਰਸਾਂ ਫੁੱਲਫਿਲ ਹੁੰਦੀਆਂ ਵੇਖਦੀਆਂ ਨੇ, ਉਹ ਖਾਸ ਕਰਕੇ ਜਿਹੜੀਆਂ ਫੈਮਿਨਨ ਕਰੈਕਟਰਸ ਨੇ, ਉਹ ਸਾਰੀਆਂ ਕਹਾਣੀਆਂ ਦੇ, ਉਹ ਸੁਸਾਇਟੀ ਨੂੰ ਸਵੀਕਾਰ ਨਹੀਂ, ਉਹ ਪਰਿਵਾਰ ਨੂੰ ਸਵੀਕਾਰ ਨਹੀਂ, ਅਤੇ ਫਿਰ ਉਹ ਸਾਰੇ ਦੇ ਅੰਦਰ ਉਹਨਾਂ ਦੀ ਫਿਰ ਜਿਹੜੀ ਜਿਹਨੂੰ ਕਹਿੰਦੇ ਨੇ ਕਿ ਇੱਕ ਹਸਰਤ ਹੀ ਬਣ ਕੇ ਰਹਿ ਜਾਂਦੀ ਹੈ। ਡਿਜ਼ਾਇਰਸ ਵਿਚ ਨੈਵਰ ਗੈਟ ਫੁੱਲਫਿਲਡ ਐਟ ਆਲ, ਦੈਟ ਇਜ਼ ਹਸਰਤ। ਸੋ ਹਸਰਤਾਂ ਦੀਆਂ ਮਾਰੀਆਂ ਹੋਈਆਂ ਫਿਰ ਉਹ ਧਰਤੀ ਤੋਂ ਇਸ ਤਰੀਕੇ ਨਾਲ ਵਿਦਾ ਹੁੰਦੀਆਂ, ਉਹਦੇ ਫਿਰ ਕਿੱਸੇ ਬਣਦੇ ਨੇ, ਲੋਕੀ ਗਾਉਂਦੇ ਨੇ ਉਹਨਾਂ ਨੂੰ, ਕਿੱਸਿਆਂ ਨੂੰ। ਗੁਰੂ ਬਾਬਾ ਜੀ ਨੇ ਸਪਿਰਿਚੁਅਲ ਸਾਈਡ ਤੋਂ ਇੱਕ ਡਿਫਰੈਂਟ ਲੈਵਲ 'ਤੇ ਬਾਤ ਲੈ ਆਉਂਦੀ। ਸਭ ਕਹਿੰਦੇ ਹਸਰਤਾਂ ਤੇ ਤੇਰੀਆਂ ਵੀ ਹੋਣਗੀਆਂ ਬੰਦੇ, ਇੱਕ ਆਰਡੀਨਰੀ ਇੰਡੀਵਿਜੂਅਲ ਨੂੰ ਐਡਰੈਸ ਕਰਕੇ ਕਹਿ ਲਵੋ, ਕਿਉਂਕਿ ਸਭ ਦੇ ਵਿੱਚ ਰੂਹ ਬੈਠੀ ਹੈ, ਰੂਹ ਆਤਮਾ ਦੀ ਗੱਲ ਕਰਦੇ ਹਾਂ ਅਸੀਂ। ਅਤੇ ਉਹ ਆਤਮਾ ਸਕੂਨ ਚਾਹੁੰਦੀ ਹੈ ਆਤਮਿਕ ਤੌਰ 'ਤੇ ਬੰਦੇ ਦੇ ਵਿੱਚ। ਮਤਲਬ ਜਦੋਂ ਬੰਦਾ ਅੱਖਾਂ ਬੰਦ ਕਰੇ ਤਾਂ ਅੰਦਰ ਝਾਤ ਮਾਰੇ ਆਪਣੇ ਆਪ ਦੇ ਅੰਦਰ, ਉਹਨੂੰ ਸ਼ਾਂਤੀ ਆ ਜਾਏ, ਉਹਨੂੰ ਇਹ ਹੋਏ ਮੈਂ ਠੀਕ ਕਰ ਰਿਹਾ, ਜੋ ਹੋ ਰਿਹਾ ਵਧੀਆ ਹੋ ਰਿਹਾ, ਤਸੱਲੀ ਹੈ, ਇੱਕ ਕੰਪਲੀਟ ਕੰਟੈਂਟਮੈਂਟ, ਸੈਟਿਸਫੈਕਸ਼ਨ। ਇਹ ਹੈ
ਆਤਮਿਕ ਸ਼ਾਂਤੀ, ਜਿਹਨੂੰ ਅਸੀਂ ਪੀਸ ਆਫ ਮਾਈਂਡ ਕਹਿੰਦੇ ਹਾਂ, ਰੂਹਾਨੀ ਤੌਰ 'ਤੇ ਤ੍ਰਿਪਤੀ ਵਾਲੇ ਪਾਸੇ ਤੁਰਨਾ। ਗੁਰੂ ਬਾਬਾ ਜੀ ਜਿਹੜੀ ਬਾਤ ਕਰਦੇ ਨੇ, ਮਹਾਰਾਜ ਕਹਿੰਦੇ ਜੇ ਉਸ ਸਟੇਜ ਨੂੰ, ਸਟੇਟ ਆਫ ਮਾਈਂਡ ਨੂੰ ਪ੍ਰਾਪਤ ਕਰਨਾ ਹੈ, ਤਾਂ ਮੈਂ ਬੇਨਤੀ ਕੀਤੀ ਬੱਚੀ ਦੀ ਮਿਸਾਲ ਕਿਉਂ ਦਿੱਤੀ ਗਈ? ਕਿਉਂਕਿ ਬੱਚੀ ਉਹ ਵਲਨਰੇਬਲ ਹੈ ਸੋਸਾਇਟੀ ਦੇ ਵਿੱਚ। ਹੁਣ ਲੱਗਦਾ ਅੱਜ ਨਹੀਂ ਤੇ ਕੱਲ੍ਹ ਮੈਨੂੰ ਕਿਸੇ ਦੇ ਨਾਲ ਵਿਆਹ ਦੇਣਾ ਇਹਨਾਂ ਨੇ। ਹੋ ਸਕਦਾ ਉਹ ਬੜਾ ਅਮੀਰ ਹੋਏ, ਬੜੇ ਚੰਗੇ ਘਰ ਦਾ ਹੋਏ, ਸਭ ਕੁਝ, ਪਰ ਇਹ ਤਾਂ ਜ਼ਰੂਰੀ ਨਹੀਂ ਨਾ ਕਿ ਉਹ ਮੇਰੇ ਜਜ਼ਬਾਤਾਂ ਦੀ ਜਿਹੜੀ ਤਰਜਮਾਨੀ ਕਰੇ। ਜਿਹੋ ਜਿਹਾ ਮੈਂ ਲੋਚਦੀ ਹਾਂ ਜੀਵਨ, ਉਹਦੇ ਲਈ ਮੈਨੂੰ ਮਦਦਗਾਰ ਹੋਏ। ਜਿੱਥੇ ਮੈਂ ਪੈਰ ਰੱਖਾਂ ਉੱਥੇ ਹੱਥ ਰੱਖੇ। ਜਿਹੋ ਜਿਹੀ ਖੁਸ਼ੀਆਂ ਮੈਂ ਚਾਹੁੰਦੀ, ਉਹੋ ਜਿਹੀਆਂ ਖੁਸ਼ੀਆਂ ਮੇਰੇ ਨਾਲ ਵਰਨ ਵਾਸਤੇ ਹੈਲਪ ਕਰੇ ਮੇਰੀ। ਹੁਣ ਉਹ ਜਿਹੜੇ ਖਾਸ ਕਰਕੇ ਬਾਤ ਆ, ਉਹਦੇ ਲਈ ਫਿਰ ਇਸਤਰੀਆਂ, ਬੱਚੀਆਂ ਨੂੰ ਖਾਸ ਕਰਕੇ ਕਈ ਤਰ੍ਹਾਂ ਦੇ ਟੂਣੇ ਟਪਾਰ ਸਿਖਾਏ ਜਾਂਦੇ ਸੀਗੇ। ਕਈ ਮਤਲਬ ਤੁਸੀਂ ਦੇਖੋ ਪੂਰਾ ਇਹਦੇ ਬਾਬਤ ਤੁਸੀਂ ਖੁਦ ਜੇ ਪੜ੍ਹਨਾ ਦੇਖਣਾ ਹੋਏ ਤੇ ਕੁਝ ਹਿੱਸਾ ਮੇਰੇ ਪਿੰਡ 'ਚ ਵੀ ਮਿਲ ਜਾਏਗਾ ਤੁਹਾਨੂੰ। ਅਦਰਵਾਈਜ਼ ਪੰਜਾਬੀ ਫੋਕਲੋਰ, ਵਣਜਾਰਾ ਬੇਦੀ ਜੀ ਦੀ ਰਚਨਾ ਜਿਹੜੀ, ਉਹਦੇ 'ਚ ਬਹੁਤ ਕੁਝ ਮਿਲ ਜਾਏਗਾ। ਇਸ ਕਿਸਮ ਦੀ ਜਿਹੜਾ ਬੱਚੀਆਂ, ਇਸਤਰੀਆਂ ਨੂੰ ਖਾਸ ਕਰਕੇ ਜਦੋਂ ਕੁਆਰ ਜੀਵਨ ਵਿੱਚ ਨੇ ਤਾਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਇਹ ਸਭ ਕਰਨਾਉਣ ਬਾਰੇ ਬਾਤ ਕੀਤੀ ਜਾਂਦੀ ਹੈ, ਅਤੇ ਉਹ ਰਿਚੁਅਲਸ ਫੋਲੋ ਕਰਦੀਆਂ ਨੇ ਤਾਂ ਕਿ ਉਹ ਮਨ ਭਾਉਂਦੀ ਅਵਸਥਾ ਤੱਕ ਪਹੁੰਚ ਸਕਣ, ਆਪਣੇ ਸਹੁਰੇ ਪਰਿਵਾਰ ਵਾਲੇ ਪਾਸੇ, ਆਪਣੇ ਗ੍ਰਸਤ ਜੀਵਨ ਵਾਲੇ ਪਾਸੇ। ਗੁਰੂ ਬਾਬਾ ਜੀ ਨੇ ਜਦੋਂ ਉਹਦੀ ਐਗਜ਼ਾਮਪਲ ਵੀ ਕੀਤੀ ਇੱਕ ਮੈਟਾਫੋਰ ਦੇ ਤੌਰ 'ਤੇ, ਤੇ ਮਹਾਰਾਜ ਨੇ ਸਾਨੂੰ ਰੂਹਾਨੀ ਤੌਰ 'ਤੇ ਬਾਤ ਸੁਣਾਈ ਕਿ ਗੁਣ ਕਾਮਨ ਕਰੈ ਤੋ ਪਿਆਰੇ ਕੋ ਪਾਵੈ। ਕਾਮਨ, ਇੱਥੇ ਦੋ ਕਾਮਨ ਸ਼ਬਦ ਨੇ, ਗੁਣ ਕਾਮਨ ਕਰੇ। ਇੱਕ ਦਾ ਅਰਥ ਕਾਮਣੀ ਹੈ ਇਸਤਰੀ, ਇੱਕ ਕਾਮਨ ਦਾ ਮਤਲਬ ਹੈ ਟੂਣੇ। ਗੁਰੂ ਬਾਬਾ ਜੀ ਨੇ ਕਿਹਾ ਕੁਝ ਭੁੱਲੜ ਇਸਤਰੀਆਂ ਵਿਚਾਰੀਆਂ ਉਹ ਟੂਣੇ ਕਰਦੀਆਂ ਨੇ ਤਾਂ ਕਿ ਮੇਰਾ ਪਤੀ ਵਾਸਤੇ 'ਚ ਆ ਜਾਏ। ਸਭ ਕਹਿੰਦੇ ਹਾਂ, ਇੱਕ ਮੈਂ ਤੁਹਾਨੂੰ ਟੂਣਾ ਕਰਨ ਦਾ ਤਰੀਕਾ ਦੱਸ ਦੇਣਾ, ਉਹ ਹੈ ਗੁਣ ਕਾਮਨ, ਗੁਣਾਂ ਦੇ ਕਾਮਨ ਕਰੋ। ਸਾਨੂੰ ਵੀ ਕਿਹਾ ਗਿਆ ਤੁਸੀਂ ਉਸ ਕਰਤਾਰ ਨੂੰ ਵਸ ਕਰਨਾ, ਕਿ ਰਿਚੁਅਲ ਦੀ ਲੋੜ ਨਹੀਂ ਹੈ। ਨੋ, ਗੁਣ ਕਾਮਨ, ਗੁਣਾਂ ਨੂੰ ਗ੍ਰਹਿਣ ਕਰੋ, ਕਿਉਂਕਿ ਉਹ ਗੁਣਾਂ ਦਾ ਗਾਹਕ ਹੈ। ਗੁਣ ਕਹਿ ਗੁਣੀ ਸਮਾਵਣੇ ਆ, ਉਹ ਗੁਣੀ ਨਿਧਾਨ ਗੁਣਾਂ ਤੇ ਰਿਝ ਜਾਂਦਾ ਆ। ਗੁਣਾਂ ਦੇ ਟੂਣੇ ਕਰਨ ਦੀ ਬਾਤ ਕੀਤੀ ਗਈ, ਤੇ ਉਹਨਾਂ ਗੁਣਾਂ ਦੇ ਵਿੱਚ ਜਿਹੜਾ ਪ੍ਰਾਇਮਰੀ ਗੁਣ ਆ, ਜਿਹਨੂੰ ਕਹਿ ਲਓ ਕਿ ਦ ਬੇਸਿਕ virtue of human being, Maharaj is talking about that basic virtue here in this line. ਜੇ ਲੋੜ ਹੈ ਵਰ ਬਾਲੜੀਏ ਤਾਂ ਗੁਰਚਰਣੀ ਚਿਤ ਲਾਏ ਰਾਮ। ਆ ਬੇਸਿਕ ਹੈ, ਗੁਰਚਰਣੀ ਚਿਤ ਲਾਏ। ਗੁਰਚਰਣੀ ਚਿਤ ਲਾਏ, ਗੁਰੂ ਦੇ ਚਰਨ, ਉਹਨਾਂ ਨੂੰ ਘੁੱਟ ਕੇ ਫੜ ਲੈਣਾ, ਉਹਨਾਂ ਨਾਲ ਚਿਤ ਲਾ ਲੈਣਾ। ਹੁਣ ਚਿਤ ਲਾਉਣ ਦਾ ਮਾਇਨਾ ਜਾਣੋ। ਦੇਖੋ ਇਸ ਮੈਟਾਫੋਰ ਨੂੰ ਹੋਰ ਇੱਕ ਡੀਪ ਲੈਵਲ 'ਤੇ ਲੈ ਜਾਣਾ। ਆਪ ਨੂੰ ਅਹਿਸਾਸ ਹੋਏਗਾ ਕਿ ਤੁਸੀਂ ਪਿਛੋਕੜ ਵਿੱਚ ਦੇਖੋਗੇ, ਤੇ ਜਦੋਂ ਬੱਚੀਆਂ ਦਾ ਵਿਆਹ ਵੀ ਕੀਤਾ ਜਾਂਦਾ ਸੀਗਾ, ਉਹਨਾਂ ਨੂੰ ਕਈ ਵਾਰ ਅਹਿਸਾਸ ਵੀ ਨਹੀਂ ਸੀ ਹੁੰਦਾ ਵਿਆਹ ਹੋ ਰਿਹਾ, ਉਮਰ ਛੋਟੀ ਹੁੰਦੀ ਸੀ। ਫਿਰ ਉਹ ਜਿਹੇ ਲਿਬਾਸ ਵਗੈਰਾ ਪਾ ਕੇ ਉੱਤੇ ਵੱਡੀ ਸਾਰੀ ਚਾਦਰ, ਜਿਹਨੂੰ ਬਾਅਦ 'ਚ ਫੁਲਕਾਰੀ ਦੇ ਰੂਪ ਵਿੱਚ ਲੈ ਆਂਦਾ ਹੈ ਕਿਸੇ ਤਰੀਕੇ ਨਾਲ, ਅਤੇ ਉਹ ਵੱਡਾ ਸਾਰਾ ਉਹ ਦੇ ਕੇ ਸੂਪਰ ਵੱਡਾ ਸਾਰਾ ਉਹਦੇ ਉੱਤੇ, ਅਤੇ ਉਹ ਕੁੰਡ ਵਗੈਰਾ ਕੱਢਤਾ। ਅਤੇ ਹੁਣ ਉਹਦੇ ਕੋਲ ਬਹੁਤ ਥੋੜ੍ਹਾ ਜਿਹਾ ਏਰੀਆ ਜਿਹਦੇ 'ਚ ਉਹਨੇ ਥੋੜ੍ਹਾ ਜਿਹਾ ਥੱਲੇ ਦੇਖਣਾ ਆ। ਅਤੇ ਹੁਣ ਉਹ ਸਪੋਜ਼ ਕਰੋ ਡੋਲੀ ਕਹਾਰਾਂ ਨੇ ਚੱਕਣੀ ਜਾਂ ਗੱਡੇ ਵਗੈਰਾ, ਇਹ ਤਾਂ ਬਹੁਤ ਕੱਲ੍ਹ ਦੀਆਂ ਗੱਲਾਂ ਨੇ। ਪਹਿਲਾਂ ਤਾਂ ਐਸਾ ਕੁਛ ਖਾਸ ਰਿਸੋਰਸਿਸ ਕਿੱਥੇ ਸੀਗੇ? ਜੇ ਡੋਲਿਆਂ ਦੀ ਬਾਤ ਕਰੀਏ, ਬੱਗੀਆਂ, ਅਤੇ ਜਿਨ੍ਹਾਂ ਨੂੰ ਕਹਿ ਲਓ ਕਿ ਤੁਸੀਂ ਇੱਕ ਤਰ੍ਹਾਂ ਦੇ ਜਿਹੜੇ ਖਾਸ ਕਰਕੇ ਉਸ ਕਿਸਮ ਦੀਆਂ ਕੈਰਵੈਨਸ ਅਤੇ ਸਭ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਇਹ ਚੀਜ਼ਾਂ ਤਾਂ ਜਾਂ ਹਾਕਮਾਂ ਕੋਲ ਹੁੰਦੀਆਂ ਸੀ, ਅਤੇ ਹਾਕਮ ਮੁਗਲ ਰਹੇ ਲੰਬਾ ਸਮਾਂ ਉੱਥੇ, ਅਤੇ ਜਾਂ ਫਿਰ ਬਹੁਤ ਅਮੀਰ ਜ਼ਗੀਰਦਾਰਾਂ ਕੋਲ ਹੁੰਦੀਆਂ ਸੀਗੀਆਂ। ਅਤੇ ਉਹ ਕਿੰਨੇ ਸੀਗੇ? ਅਲੀਟ, ਬਹੁਤ ਛੋਟਾ ਜਿਹਾ। ਬਾਕੀ ਤਾਂ ਗੁਰਬਤ ਦੇ ਮਾਰੇ ਹੋਏ ਲੋਕ ਸੀਗੇ ਜਿਨ੍ਹਾਂ ਦੇ ਕੋਲ ਕੁਛ ਵੀ ਨਹੀਂ ਸੀਗਾ। ਸੋ ਜਿਵੇਂ ਸਪੋਜ਼ ਕਰੋ ਉਹ ਬੱਚੀ ਵਿਆਹ ਕੇ ਜਾਣ ਲੱਗੀ ਹੈ, ਅਤੇ ਖਾਸ ਕਰਕੇ ਜਿੰਨੀ ਦੇਰ ਤੱਕ ਉਹ ਸਹੁਰੇ ਪਰਿਵਾਰ ਤੱਕ ਨਹੀਂ ਜਾਂਦੀ, ਜੋ ਕੋਈ ਵਿਚੋਲਾ ਆ ਵਿੱਚ, ਖਾਸ ਕਰਕੇ ਵਿਚੋਲਾ ਇੱਕ ਖਾਸ ਜ਼ਾਤ ਵਿੱਚੋਂ ਆਉਂਦੇ ਸੀਗੇ, ਅਤੇ ਉਹਨਾਂ ਦੇ ਵਿੱਚੋਂ ਵੀ ਇਸਤਰੀ ਜਿਹੜੀ ਸੀਗੀ ਉਹ ਵਿਚੋਲਣ ਹੁੰਦੀ ਸੀ। ਉਹ ਬੱਚੀ ਨੂੰ ਵਿਆਹ ਕੇ ਉਸ ਘਰ ਛੱਡ ਕੇ ਆਉਂਦੀ ਸੀਗੀ, ਜਿਹਦਾ ਇੱਕ ਰੋਲ ਹੁੰਦਾ ਸੀਗਾ। ਅਤੇ ਉਹ ਬੱਚੀ ਨੂੰ ਫਿਰ ਸਮਝਾ ਦਿੰਦੀ ਸੀਗੀ ਕਿ ਦੇਖ,
ਤੂੰ ਬਹੁਤਾ ਤੇ ਵੇਖ ਨਹੀਂ ਸਕਣਾ ਆਲੇ ਦੁਆਲੇ, ਇੱਕ ਕੰਮ ਕਰੀ, ਇਸ ਘੁੰਡ ਦੇ ਵਿੱਚੋਂ ਜਿਹੜੇ ਪੈਰ ਨੇ, ਜਿਹੜੇ ਉਹਦੇ ਪੈਰ ਨੇ, ਆਖਰਕਾਰ ਆਹ ਦੇਖ ਲੈ ਧਿਆਨ ਨਾਲ, ਮੇਰੇ ਪੈੜਾਂ ਨੂੰ ਫੋਲੋ ਕਰਦੀ ਜਾਏ। ਉਹ ਫਿਰ ਉਹ ਘੁੰਡ ਦੇ ਉਤਨੇ ਇੱਕ ਏਰੀਏ ਦੇ ਵਿੱਚੋਂ ਬਸ ਉਹਦੇ ਪੈਰ ਵੇਖੀ ਜਾਂਦੀ ਹੈ ਤੇ ਉਹਦੇ ਮਗਰ ਮਗਰ ਤੁਰੀ ਜਾਂਦੀ। ਵਿਸ਼ਵਾਸ ਇੰਨਾ ਹੈ ਵੀ ਇਹ ਪੈਰ ਮੈਨੂੰ ਸਹੀ ਜਗ੍ਹਾ ਤੇ, ਜੇ ਉਹ ਪੈਰ ਭੁੱਲ ਜਾਣ, ਸੱਜੇ ਖੱਬੇ ਹੋ ਜਾਣ, ਘੁੰਡ ਉਹ ਚੱਕ ਨਹੀਂ ਸਕਦੀ, ਆਲੇ ਦੁਆਲੇ ਦੇਖ ਨਹੀਂ ਸਕਦੀ, ਤੇ ਹਾਲਤ ਇਹ ਹੈ ਲੌਸਟ ਹੋ ਜਾਏਗੀ। ਇਹ ਮੈਟਾਫੋਰ ਦਿੱਤਾ। ਕਿਆ ਬਹੁਤਾ ਐਕਸਪੋਜ਼ਰ ਤੇ ਹੈ ਨਹੀਂ। ਸਪਿਰਿਚੁਅਲਿਟੀ ਦੀ ਗੱਲ ਅਸੀਂ ਕਰਦੇ ਹਾਂ, ਗੁਰਬਾਣੀ 'ਚ ਕਿੰਨਾ ਕੁਛ ਲਿਖਿਆ ਆ। ਮਤਲਬ ਜਦੋਂ ਬੰਦਾ ਇੰਨਾ ਕੁਛ ਪੜ੍ਹਦਾ ਹੈ ਤੇ ਆਪਣੀ ਜ਼ਿੰਦਗੀ ਤੇ ਆਲਾ ਦੁਆਲਾ ਦੇਖਦਾ ਹੈ ਤੇ ਕਈ ਵਾਰੀ ਖਿਆਲ ਆਉਂਦਾ, ਇਹ ਸੱਚ ਹੈ ਜੋ ਬਾਣੀ 'ਚ ਲਿਖਿਆ? ਐਵੇਂ ਹੋ ਸਕਦਾ? ਆਹ ਚੀਜ਼ ਪੋਸੀਬਲ ਆ? ਗੁਰੂ ਮਹਾਰਾਜ ਜੋ ਬਿਆਨ ਕਰਦੇ ਨੇ, ਮਨੁੱਖ ਦੇਵਤਾ ਹੋ ਜਾਂਦਾ ਹੈ, ਮਨੁੱਖ ਦੇ 'ਚ ਕਮੀ ਕੋਈ ਨਹੀਂ ਰਹਿੰਦੀ, ਮਨੁੱਖ ਹਰ ਕਮੀ ਨੂੰ ਜਿੱਤ ਜਾਂਦਾ ਆ, ਉਹ ਆਪਣੇ ਮਾਨਸਿਕ ਤੌਰ ਤੇ ਅਰੋਗ ਹੋ ਜਾਂਦਾ ਹੈ, ਉਹ ਇੱਕ ਹਾਇਰ ਲੈਵਲ ਤੇ ਆ ਜਾਂਦਾ ਹੈ, ਉਹ ਰੱਬ ਦੀਆਂ ਬਾਤਾਂ ਪਾਉਂਦਾ ਹੈ। ਹੋ ਸਕਦਾ ਹੈ? ਅਸੀਂ ਤੇ ਕੂੜ ਦੇ ਮਾਰੇ ਹੋਏ ਲੋਕ ਹਾਂ। ਸਾਨੂੰ ਤੇ ਜਿੰਨੀ ਦੇਰ ਤੱਕ ਸਵੇਰ ਤੋਂ ਸ਼ਾਮ ਤੱਕ ਚੁਗਲੀ, ਬਖੀਲਗੀ, ਨਿੰਦਿਆ, ਈਰਖਾ, ਦੁਆਖ, ਸਾੜੇ, ਕ੍ਰੋਧ, ਅਹੰਕਾਰ, ਇਸ ਸਾਰੇ 'ਚ, ਇਸ ਕੜਾਹੇ 'ਚ ਕੱਢ ਨਾ ਜਾਈਏ 5, 7, 10 ਵਾਰੀ, ਸਾਨੂੰ ਤੇ ਚੈਨ ਹੀ ਨਹੀਂ ਆਉਂਦਾ। ਇਹ ਕਿਹਦੀ ਬਾਤ ਕਰ ਰਹੇ ਨੇ ਗੁਰੂ ਸਾਹਿਬ? ਸੋ ਸੱਚਾਈ ਇਹ ਹੈ, ਸਾਰੀ ਗੁਰਬਾਣੀ ਸੱਚ ਹੈ। ਗੁਰੂ ਬਾਬਾ ਜੀ ਆਪ ਲਿਖਦੇ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰੂ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਇਹ ਸੱਤ ਆ ਬਿਲਕੁਲ। ਜੇ ਸਾਰੀ ਸੱਤ ਆ, ਮੈਨੂੰ ਤਾਂ ਕੋਈ ਐਕਸਪੋਜ਼ਰ ਨਹੀਂ ਹੈਗਾ ਇਹਦਾ। ਹਾਂ ਭਾਈ, ਕਾਰਨ ਇਹ ਹੈ ਜਿਹੜੀ ਮੇਰੀ ਸੋਚ ਦਾ ਦਾਇਰਾ ਆ, ਉਹ ਮੈਨੂੰ ਅਲਾਓ ਹੀ ਨਹੀਂ ਕਰਦਾ। ਆਈ ਹੈਵ ਟੋਟਲੀ ਅ ਟਨਲ ਵਿਊ, ਐਂਡ ਦੈਟ ਟਨਲ ਵਿਊ ਅਲਾਉਜ਼ ਮੀ ਓਨਲੀ ਟੂ ਸੀ ਦੈਟ ਮਚ ਵੇਅਰ ਆਈ ਕੈਨ ਫੋਲੋ an institution. When I'm saying institution, I mean some kind of school of thought. And here, Guru Baba Ji has offered us institution of Sikhi. ਤੂੰ ਜੇ ਉਸ ਵਰ ਤੱਕ ਪਹੁੰਚਣਾ ਹੈ ਤੇ ਫਿਰ ਇੱਕ ਚੀਜ਼ ਹੈ, ਬਾਸੀਟ ਹੈ ਤੇਰੇ ਕੋਲ ਗੁਰੂ, ਉਹਦੇ ਤੇ ਭਰੋਸਾ ਕਰ ਤੇ ਉਹਦੇ ਚਰਨ ਫੜ ਲੈ। ਬਸ ਉਸੇ ਤਰੀਕੇ ਨਾਲ ਉਹਨੂੰ ਵੇਖੀ, ਜਿੱਥੇ ਜਿੱਥੇ ਗੁਰੂ ਚਰਨ ਰੱਖਦਾ ਹੈ, ਜੋ ਜੋ ਤੈਨੂੰ ਰਾਹ ਵਿਖਾਉਂਦਾ, ਬਸ ਉਹਦਾ ਫੋਲੋਵਰ ਬਣ ਕੇ ਤੁਰਿਆ ਜਾ, ਵਰ ਤੱਕ ਪਹੁੰਚ ਜਾਏਗਾ, ਮਿਲ ਜਾਏਗਾ ਵਰ। ਤੇ ਗੁਰੂ ਇੰਨਾ ਬੇਅੰਤ ਆ, ਉਹ ਤੇਰੇ ਜਜ਼ਬਾਤਾਂ ਦੀ ਤਰਜਮਾਨੀ ਵਾਲਾ ਵਰ ਦੇ ਰਿਹਾ ਤੈਨੂੰ, ਰੱਬ ਦੀ ਬਾਤ ਹੋ ਰਹੀ ਹੈ ਇਹਦੇ ਵਿੱਚ। ਸੋ ਇਹ ਗੁਰੂ ਮਹਾਰਾਜ ਨੇ ਇੱਕ ਮੈਸੇਜ ਸੁਰਜੀਤ ਕੀਤਾ ਇਹਨਾਂ ਪੰਕਤੀਆਂ ਦੇ ਜ਼ਰੀਏ। ਮੈਂ ਆਸ ਕਰਦਾ ਬਾਤ ਪਕੜੇ ਚਾਈ ਹੋਏਗੀ, ਕਿਉਂਕਿ ਸਾਰੇ ਮੈਟਾਫੋਰ ਨੂੰ ਪਕੜੀਏ। ਜਦੋਂ ਮਹਾਰਾਜ ਬਿਆਨ ਕਰਦੇ, ਜੇ ਲੋੜ ਹੈ ਵਰ ਬਾਲੜੀਏ, ਹੇ ਜੀਵਾਤਮਾ, ਜੇ ਤੂੰ ਵਰ ਚਾਹੁੰਦੀ ਹੈ ਸਰੂਪ ਦੇ ਵਿੱਚ, ਤਾਂ ਗੁਰਚਰਨੀ ਚਿਤ ਲਾਏ ਰਾਮ, ਤਾਂ ਗੁਰੂ ਦੇ ਚਰਨਾਂ ਨਾਲ ਇਸ ਤਰ੍ਹਾਂ ਚਿਤ ਲਾ ਲੈ, ਪਕੜ ਲੈ। ਭਾ ਬਸ ਉਹਨਾਂ ਤੇ ਫੋਕਸ ਰੱਖ, ਜਿਵੇਂ ਜਿਵੇਂ ਜਿਸ ਪਾਸੇ ਨੂੰ ਉਹ ਪੈੜਾਂ ਵੱਧਦੀਆਂ ਨੇ, ਉਸੇ ਪਾਸੇ ਨੂੰ ਵੱਧਦਾ ਤੁਰਿਆ ਲਗਾ ਜਾ। ਅਗਲਾ ਬਚਨ ਲਿਖਿਆ ਸਾਹਿਬ ਨੇ, ਸਦਾ ਹੋਵੇ ਸੁਹਾਗਣੀ, ਹਰ ਜਿਉ ਮਰੈ ਨਾ ਜਾਏ ਰਾਮ। ਇਹ ਵੀ ਵਿਚੋਲਗੀ ਕਰਨ ਵਾਲੇ ਦੀ ਜ਼ਿੰਮੇਵਾਰੀ ਹੈ। ਜਿੰਨੇ ਕੋਈ ਮੈਚ ਬਣਾਉਣਾ ਆ, ਜਿੰਨੇ ਕੋਈ ਇੱਕ ਕੰਪੈਨੀਅਨ ਬਣਾਉਣਾ ਆ। ਹੁਣ ਹਕੀਕਤ ਇਹ ਹੈ, ਮਤਲਬ ਹੁਣ ਤੇ ਬਦਲਵੇਂ ਸਮਾਜ 'ਚ ਰਹਿ ਰਹੇ ਹਾਂ। ਹਰ ਰੋਜ਼ ਚੜ੍ਹਦੇ ਦਿਨ ਦੇ ਨਾਲ ਮੈਂ ਡਿਫਰੈਂਟ ਤਰੀਕੇ ਦੀਆਂ ਗੱਲਾਂ ਸੁਣਦਾ ਹਾਂ। ਕਾਉਂਸਲਿੰਗ ਦੇ ਦੌਰਾਨ ਇਹੀ ਲਰਨਿੰਗ ਹੁੰਦੀ ਵੱਡੇ ਲੈਵਲ 'ਤੇ। ਇਹਦੇ 'ਚ ਇਹ ਹੈ ਕਿ ਕਿਸੇ ਨੇ ਰਿਸ਼ਤਾ ਕਰਾਇਆ ਕਿਸੇ ਜਗ੍ਹਾ 'ਤੇ, ਕਿਆ ਕੁਝ ਸੀਗਾ, ਨਿਕਲਿਆ ਕੁਝ। ਲੋਕੀ ਤੇ ਵਿਚੋਲੇ ਦਾ ਮੀਨਿੰਗ ਇਹ ਕੱਢਦੇ ਨੇ, ਵਿੱਚ ਓਲਾ, that the individual who is helping to hide something from both side, ਜਿਹੜਾ ਹਾਈਡ ਕਰਦਾ ਦੋਵਾਂ ਸਾਈਡਾਂ ਤੇ ਕੁਛ ਹਿਡਨ ਪਾਰਟ ਰੱਖਦਾ। ਫਿਰ ਜਦੋਂ ਰਿਸ਼ਤਾ ਜੁੜ ਜਾਂਦਾ, ਉਹ ਜਦੋਂ ਉਹ ਜਿਹੜਾ ਹਾਈਡ ਕੀਤਾ ਬਾਹਰ ਨਿਕਲਦਾ, ਫਿਰ ਪਤਾ ਲੱਗਦਾ ਉਹ ਬਿਟਰਨੈਸ ਆਉਂਦੀ ਹੈ ਵੀ ਇਹ ਤੇ ਸੀਗਾ, ਇਹ ਤੇ ਮੰਗਿਆ ਨਹੀਂ ਸੀਗਾ, ਇਹ ਕਿੱਥੋਂ ਮਿਲ ਗਿਆ, ਆਹ ਤੇ ਚਾਹੀਦਾ ਨਹੀਂ ਸੀਗਾ, ਐਵੇਂ ਦਾ ਚਾਹੀਦਾ ਸੀ। ਆਹ ਜਿਹੜੀਆਂ ਚੀਜ਼ਾਂ ਨੇ, ਸੋ ਉੱਥੇ ਜਾ ਕੇ ਫਿਰ ਇਹ ਵੀ ਹੁੰਦਾ ਆ, ਜਿਵੇਂ ਸਪੋਜ਼ ਕਰੋ ਬੱਚੀਆਂ ਦੇ ਬਾਬਤ ਜ਼ਮੀਨ ਜਾਇਦਾਦ ਜਿਹੜੀ ਹੈ, ਇਹਦਾ ਵੀ ਲੇਖਾ ਜੋਖਾ ਥੋੜ੍ਹਾ ਸਮਾਂ ਪਹਿਲਾਂ ਹੀ ਹੋਇਆ।
ਜ਼ਿਆਦਾ ਪਹਿਲਾਂ ਹੁੰਦਾ ਸੀ ਪਸ਼ੂਆਂ ਦਾ, ਲੋਕਾਂ ਕੋਲ ਪਸ਼ੂ ਕਿੰਨੇ, ਪਸ਼ੂ ਜਿਹੜੇ ਬਫਲੋ ਅਤੇ ਕੈਟਲਸ ਵਗੈਰਾ, ਦੋਜ਼ ਵਰ ਦਾ ਰੀਅਲ ਐਕਚੁਅਲੀ ਐਸੈਟਸ ਫਾਰ ਫਾਰਮਿੰਗ ਕਲਚਰ ਦੇ ਵਿੱਚ। ਜ਼ਮੀਨ 'ਤੇ ਬੇਬਹਾ ਸੀ, ਪੱਟੀਆਂ ਦੀਆਂ ਪੱਟੀਆਂ ਪਈਆਂ ਸੀ, ਸਿੱਧਾ ਵਾਹੀ ਜਾਓ। ਅਤੇ ਬਹੁਤੇ ਲੋਕ ਮਜਾਰੇ ਸੀਗੇ, ਅਤੇ ਮਜਾਰਿਆਂ ਨੇ ਵਾਹ ਕੇ ਜਿੰਨਾ ਕੁ ਮਿਲਣਾ ਉਹਨਾਂ ਕੀ ਮਿਲਣਾ। ਜਗੀਰਦਾਰ ਉਹ ਜਗੀਰਾਂ ਦੇ ਮਾਲਕ ਸੀ, ਉਹਨਾਂ ਨੂੰ ਉੱਤੋਂ ਉਜਰਤ ਮਿਲਦੀ ਸੀ ਸਾਰੀ। ਸੋ ਇਹ ਸਿਸਟਮ ਸੀਗਾ। ਉਹਦੇ ਵਿੱਚ ਬਾਕੀ ਬਾਤ ਰਹਿ ਗਈ ਕਿ ਦੇਖਣਾ ਕੀ ਹੈ, ਦੇਖਣਾ ਇਹ ਹੈ ਵੀ ਜਿਸ ਬੰਦੇ ਨਾਲ ਵਿਆਹਿਆ ਜਾ ਰਿਹਾ ਬੱਚੀ ਨੂੰ, ਉਹਦੀ ਉਮਰ ਕਿੰਨੀ ਹੈ, ਇਹ ਵੱਡੀ ਗੱਲ ਹੁੰਦੀ ਸੀ। ਬਿਮਾਰੀ ਤਾਂ ਨਹੀਂ ਕੋਈ ਉਹ, ਅਤੇ ਉਹਦੇ ਪੋਸੀਬਿਲਿਟੀ ਇਹ ਹੁੰਦੀ ਸੀ ਕਿ ਕਿਤੇ ਐਸਾ ਨਾ ਹੋਏ ਵਿਆਹ ਦਿਓ ਅਤੇ ਮਰ ਜੇ ਅਤੇ ਮੁੜ ਕੇ ਬੇਵਾ ਦੀ ਕੋਈ ਜ਼ਿੰਦਗੀ ਨਹੀਂ ਹੈਗੀ। ਸੋ ਇਹ ਵੀ ਡਰ ਹੁੰਦਾ ਸੀਗਾ ਕਿ ਮੇਰੇ ਸਿਰ ਦਾ ਸਾਈਂ ਨਾ ਮਰੇ। ਲੋਕ ਕਈ ਵਾਰੀ ਇਹ ਵੀ ਕਹਿੰਦੇ ਹੁੰਦੇ ਸਨ, ਲੈ ਇਹ ਸੁਹਾਗਣ ਭਾਗਣ ਮਰੇ। If you have ever heard those words, or if you have ever read these words in literature, especially when I'm talking about Punjabi folklore, ਇਹਦਾ ਮਤਲਬ ਇਹ ਹੈ ਕਿ ਇਸ ਤੋਂ ਪਹਿਲਾਂ ਕਿਤੇ ਪਤੀ ਨੂੰ ਕੁਛ ਹੋਏ ਆਪ ਮਰ ਜੇ, ਨਿਪੜੇ ਕੰਮ, ਅਦਰਵਾਈਜ਼ ਜੂਨ ਥੋੜ੍ਹਾ ਰਹਿ ਜਾਏਗੀ ਦੀ ਕੋਈ। ਇੱਥੇ ਗੁਰੂ ਬਾਬਾ ਜੀ ਨੇ ਬਾਤ ਕੀਤੀ, ਸਦਾ ਹੋਵੇ ਸੁਹਾਗਣੀ, ਸਦਾ ਸੁਹਾਗ ਭਾਗ ਵਾਲੀ ਰਹੇਗੀ। ਭਾਵ ਇਹ ਜੀਵਾਤਮਾ ਜਿਸ ਗੁਰੂ ਦਾ ਪੱਲਾ ਤੈਨੂੰ ਫੜਾਇਆ ਜਾ ਰਿਹਾ, ਜਦੋਂ ਉਸ ਰਾਹ ਦੇ ਉੱਤੇ ਤੁਰੇਂਗੀ ਤਾਂ ਉਸ ਅਕਾਲ ਪੁਰਖ ਵਾਹਿਗੁਰੂ, ਇਹ ਰੂਹਾਨੀ ਤੌਰ 'ਤੇ ਜੋ ਸਾਨੂੰ ਪ੍ਰਾਪਤ ਹੋਣਾ, ਉਹਦੀ ਬਾਤ ਹੋ ਰਹੀ ਹੈ। ਅਤੇ ਕਿਆ ਹਰਜੀਓ ਮਰੈ ਨਾ ਜਾਏ ਰਾਮ, ਅਤੇ ਉਹ ਹਰੀ ਉਹ ਤਾਂ ਮਰਦਾ ਹੀ ਨਹੀਂ ਕਦੀ, ਉਹ ਤਾਂ ਅਕਾਲ ਆ, ਅਕਾਲ ਰਹਿਤ ਹੈ। ਸੋ ਇਹੋ ਜਿਹਾ ਜੀਵਨ ਇਹ ਧਰਤੀ 'ਤੇ ਮਨੁੱਖਾ ਜੀਵਨ ਜੀਂਦਿਆਂ ਇਹ ਕਿਸ ਲੈਵਲ 'ਤੇ ਸਟੇਟ ਆਫ ਮਾਈਂਡ ਅਰਨ ਕਰ ਲੇ ਬੰਦਾ, ਰੀਅਲ ਸੈਲਵੇਸ਼ਨ। ਫਿਰ ਮੈਂ ਬੇਨਤੀ ਕਰਾਂ, ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਕਿ ਸਮਟਾਈਮ ਪੀਪਲ ਆਸਕ what are you talking about real salvation? We cannot understand that. I know we cannot understand it because exposure ਹੀ ਨਹੀਂ। ਜਦੋਂ ਮੈਂ ਕਿਹਾ ਘੁੰਡ ਨਿਕਲਿਆ, ਸਿਰਫ ਥੋੜ੍ਹਾ ਜਿਹਾ ਹਿੱਸਾ ਦਿਸ ਰਿਹਾ, ਬਸ ਉਹਨਾਂ ਕੀ ਹੈ। ਇਹ ਸਾਰਾ ਜਿਹੜਾ ਹੈਗਾ ਉਸ ਰੂਪ ਦੇ ਚੀਜ਼ ਆ ਰਹੀ ਹੈ। ਇੱਥੇ ਜਿਹੜਾ ਬਚਨ ਆ ਰਿਹਾ ਸਾਹਿਬ ਜ਼ਿਕਰ ਕਰਦੇ ਕਿ ਸਦਾ ਹੋਵੇ ਸੁਹਾਗਣੀ, ਹਰ ਜੀਓ ਮਰੈ ਨਾ ਜਾਏ ਰਾਮ। ਜਦੋਂ ਉਸ ਲੈਵਲ 'ਤੇ ਹਰ ਜੀਓ ਮਰੈ ਨਾ ਜਾਏ, ਫਿਰ ਜਦੋਂ ਹਰੀ ਨਾਲ ਨਾਤਾ ਬਣ ਗਿਆ, ਨਾ ਉਹ ਮਰਦਾ ਨਾ ਜਾਂਦਾ, ਕਿਤੇ ਹਰ ਵਕਤ ਕਾਇਮ ਦਾਇਮ ਹੈ। ਅਗਲਾ ਬਚਨ ਹੈ, ਹਰ ਜੀਓ ਮਰੈ ਨਾ ਜਾਏ, ਗੁਰ ਕੈ ਸਹਿਜ ਸੁਭਾਏ, ਸਾਤਨ ਕੰਤ ਪਿਆਰੀ। ਅਤੇ ਫਿਰ ਇਹ ਵੀ ਨਹੀਂ ਕਿ ਉਹ ਮਰਦਾ ਜਾਂ ਖਤਮ ਨਹੀਂ ਹੁੰਦਾ, ਅਤੇ ਉਹ ਹੈ ਤੇ ਉਹ, ਪਰ ਕਈ ਵਾਰ ਹੋ ਸਕਦਾ ਬੜਾ ਕਰੂਰ ਹੋਏ, ਬੜਾ ਜਿਹੜਾ ਹੈਗਾ ਉਸ ਤਰੀਕੇ ਦੇ ਨਾਲ ਬੜਾ ਜ਼ਾਲਮ ਹੋਏ, ਬੜਾ ਅਬਿਊਸਿਵ ਬਿਹੇਵੀਅਰ ਹੋਏ ਉਹਦਾ, ਜੋ ਇੱਕ ਪੋਸੀਬਿਲਿਟੀ ਬਣੀ ਰਹਿੰਦੀ ਹਮੇਸ਼ਾ, ਜਿਹਦੇ ਕਰਕੇ ਬੱਚੀਆਂ ਦੀ ਹੋਣੀ ਜਿਹੜੀ ਹੈ ਉਹਦੇ ਉੱਤੇ ਅਕਸਰ ਲੋਕੀ ਦੇਖੋ, ਵਿਆਹ ਖੁਸ਼ੀ ਦਾ ਮਾਹੌਲ ਹੁੰਦਾ ਪਰ ਰੁਦਨ ਹੁੰਦਾ ਉਹਦੇ 'ਤੇ, ਖਾਸ ਕਰਕੇ ਬੱਚੀ ਦੇ ਪਰਿਵਾਰ ਵੱਲੋਂ, ਬੱਚੀ ਵੱਲੋਂ ਰੁਦਨ ਹੁੰਦਾ ਆ, ਕਿਉਂਕਿ ਆਉਣ ਵਾਲੀ ਜ਼ਿੰਦਗੀ ਇੱਕ ਐਸੀ ਹੈ, ਇੱਕ ਅਨਸਰਟਨਟੀ ਬੜੀ ਵੱਡੀ ਬਣੀ ਹੈ। ਅਤੇ ਕਈ ਵਾਰੀ ਉਹ ਜਿਹੜਾ ਉਹ ਰੁਦਨ ਆ, ਉਹ ਤਾਂ ਉਮਰ ਰੁਦਨ 'ਚ ਹੀ ਪਿਆ ਰਹਿੰਦਾ, ਰੋਂਦਿਆਂ ਨਿਕਲ ਜਾਂਦੀ ਹੰਝੂਆਂ ਦੇ ਵਿੱਚ ਹੀ। ਇਹ ਇੱਕ ਸੁਸਾਇਟੀ ਦੀ ਇੱਕ ਰਿਐਲਿਟੀ ਹੈ। ਇਹ ਤੇ ਕਿਤੇ ਤੁਸੀਂ ਦੇਖੋਗੇ ਕੋਈ ਇਹੋ ਜਿਹਾ ਕੁਛ ਜੀਵਨ ਮਿਲੇ ਜਿੱਥੇ ਵਾਕਿਆ 'ਚ ਇੱਕ ਆਈਡੀਅਲ ਗੁਰੂ ਅਰਜਨ ਸਾਹਿਬ, ਮਾਤਾ ਗੰਗਾ ਜੀ, ਤੁਸੀਂ ਦੇਖੋ ਕੈਸਾ ਜੀਵਨ ਆ। ਇਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ, ਬੀਬੀ ਭਾਨੀ ਜੀ, ਗੁਰੂ ਰਾਮਦਾਸ ਸਾਹਿਬ, ਦਾ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜਾ ਬਚਨ ਆਇਆ ਮਹਾਰਾਜ ਬਿਆਨ ਕਰਦੇ ਕਿ ਸਦਾ ਹੋਵੇ ਸੁਹਾਗਣੀ, ਹਰ ਜੀਓ ਮਰੈ ਨਾ ਜਾਏ ਰਾਮ। ਨਾ ਕੇਵਲ ਇਹ ਹਰ ਜੀਓ ਮਰੈ ਨਾ ਜਾਏ, ਗੁਰ ਕੈ ਸਹਿਜ ਸੁਭਾਏ, ਸਾਤਨ ਕੰਤ ਪਿਆਰੀ। ਇਹੋ ਜਿਹੀ ਜੀਵਾਤਮਾ ਕੰਤ ਨੂੰ ਬੜੀ ਪਿਆਰੀ ਹੋਏਗੀ, ਉਹਦੀ ਸਾਂਝ ਬੜੀ ਡਾਢੀ ਹੋਏਗੀ, ਉਹਨੂੰ ਪਿਆਰਨ ਵਾਲਾ ਹੋਏਗਾ। ਜਦੋਂ ਆਪਾਂ ਰੱਬ ਦੀ ਬਾਤ ਕਰਦੇ ਹਾਂ, ਬਾਣੀ ਕਹਿੰਦੀ ਹੈ ਉਹ ਪ੍ਰੇਮ ਦੀ ਮੂਰਤੀ ਹੈ, ਸਮੂਰਤ ਹੈ। ਉਹ ਸਾਨੂੰ ਸਨੇਹ ਕਰਦਾ ਹੈ, ਸਾਡੇ ਨਾਲ ਖਲੂਸ ਕਰਦਾ ਹੈ, ਸਾਨੂੰ ਨਵਾਜ਼ਦਾ ਆ। ਪਰ ਇਹ ਗੱਲ ਇਹ ਵੀ ਹੈ ਕਿ ਜਿਹੜਾ ਉਹਦਾ ਨਵਾਜਣਾ ਹੈ, ਸਨੇਹ ਦੇਣਾ ਆ, ਸਪੋਜ਼ ਇਹਨੂੰ ਇਸ ਤਰ੍ਹਾਂ ਜਾਣੋ ਕਿ ਕਈ ਵਾਰ ਕੋਈ ਕਿਸੇ ਨੂੰ ਪ੍ਰੀਤ ਕਰਦਾ ਹੈ, ਪਿਆਰ ਦਿੰਦਾ, ਤਾਂ ਅਗਲੇ ਨੂੰ ਇਹ ਪਤਾ ਨਹੀਂ ਮੈਨੂੰ ਇਹ ਪਿਆਰ ਕਰ ਰਿਹਾ ਹੈ। ਜਿਵੇਂ ਤੁਸੀਂ ਦੇਖੋਗੇ ਬਹੁਤ ਥੋੜ੍ਹੇ ਜਿਹੇ ਐਨੀਮਲਸ ਨੇ ਜਿਨ੍ਹਾਂ ਨੂੰ ਲੋਕੀ ਆਪਣੇ ਐਜ਼ ਏ ਪੈਟ ਰੱਖ ਸਕਦੇ ਨੇ ਆਪਣੇ ਕੋਲ। ਕਿਉਂ? ਕਿਉਂਕਿ ਬਹੁਤੇ ਐਨੀਮਲਸ ਜਿਹੜੇ ਨੇ ਵਾਈਲਡ ਨੇ, ਲੋਕੀ ਚਾਹੁੰਦੇ ਤੇ ਹੈ ਨੇ, ਹਾਂ ਆਈ ਰੀਅਲੀ ਲਾਈਕ ਇਫ ਆਈ ਹੈਵ ਐਕਚੁਅਲੀ ਬਿਗ ਕੈਟ ਔਰ ਇਸ ਤਰੀਕੇ ਦੇ ਨਾਲ। ਪਰ ਸੱਚਾਈ ਇਹ ਹੈ ਕਿ ਉਹਨਾਂ ਨੂੰ ਤੁਸੀਂ ਇਸ ਤਰੀਕੇ ਨਾਲ ਜਿਹੜਾ ਆ ਪਲੋਸ ਨਹੀਂ ਸਕਦੇ। ਉਹ ਬੜੇ ਇੱਕਦਮ
ਤੁਸੀਂ ਪਿਆਰ ਵੀ ਕਰਨਾ ਚਾਹੋ, ਜਾਨਵਰ ਮੋਸਟਲੀ ਬੰਦੇ ਤੋਂ ਡਰਦੇ ਨੇ, ਬੰਦਾ ਜੇ ਪਿਆਰ ਨਾਲ ਵੀ ਉਹਨਾਂ ਦੇ ਨੇੜੇ ਜਾਏ ਤੇ ਉਹ ਅੱਗੋਂ ਮਾਰਨ ਨੂੰ ਪੈਂਦੇ ਨੇ, ਵੀ ਉਹਨਾਂ ਨੂੰ ਖਤਰਾ ਲੱਗਦਾ ਵੀ ਉਹ ਇਹ ਤੈਨੂੰ ਮਾਰ ਦੇਗਾ। ਪਿਆਰ ਕਿਤੋਂ ਮਿਲੇ, ਲੈਣ ਦੀ ਜਾਂਚ ਵੀ ਹੋਣੀ ਚਾਹੀਦੀ ਹੈ। ਜੇ ਲੈਣ ਦੀ ਜਾਂਚ ਨਹੀਂ ਤੇ ਕਈ ਵਾਰੀ ਇਹ ਚੀਜ਼ ਵੀ ਬੇਕਾਰ ਹੋ ਜਾਂਦੀ ਹੈ। ਜਿਹਨੂੰ ਇਸ ਤਰ੍ਹਾਂ ਵੀ ਲਿਟਰੇਚਰ 'ਚ ਬਿਆਨ ਕੀਤਾ ਜਾਂਦਾ ਹੈ ਕਿ ਜਿਵੇਂ ਅਸਮਾਨ ਤੋਂ ਪਾਣੀ ਬਰਸਦਾ ਹੈ, ਕੁਝ ਲੋਕ ਉਸ ਬਰਸਦੇ ਪਾਣੀ ਨੂੰ ਸੰਭਾਲ ਲੈਂਦੇ ਨੇ, ਕੁਝ ਲੋਕ ਨਹੀਂ ਸੰਭਾਲ ਪਾਉਂਦੇ। ਤੇ ਸੰਭਾਲਦੇ ਉਹ ਨੇ ਜਿਨ੍ਹਾਂ ਕੋਲ ਭਾਂਡੇ ਹੁੰਦੇ ਨੇ, ਉਹੋ ਜਿਹੇ ਜਿਨ੍ਹਾਂ ਦੇ ਇਹੋ ਜਿਹੇ ਕੁਝ ਖੇਤ ਖਲਿਹਾਨ ਬਣਾਏ ਹੁੰਦੇ ਨੇ, ਵੱਟਾਂ ਬਣਾਈਆਂ ਹੁੰਦੀਆਂ ਨੇ, ਬੰਨ ਬਣਾਏ ਹੁੰਦੇ ਨੇ, ਉਹਨਾਂ 'ਚੋਂ ਸਮਾ ਜਾਂਦਾ ਪਾਣੀ, ਅਦਰਵਾਈਜ਼ ਸਾਰਾ ਰੁੜ ਜਾਂਦਾ। ਸੋ ਇਹ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਹੈ ਤੇ ਪਿਆਰ ਕਰਨ ਵਾਲਾ, ਸਭ ਨੂੰ ਪਿਆਰ ਕਰਦਾ ਉਹ। ਪਰ ਜਿਸ ਨੂੰ ਗੁਰੂ ਦੇ ਚਰਨਾਂ ਤੇ ਤੁਰ ਕੇ ਅੱਗੇ ਜਾਂਚ ਆ ਗਈ, ਗੁਰੂ ਨੇ ਜਾਂਚ ਸਿਖਾ ਦਿੱਤੀ, ਹੁਣ ਉਹ ਉਸ ਕੰਤ ਦੀ ਪਿਆਰੀ ਹੋ ਗਈ ਜੀਵਾਤਮਾ। ਇੱਥੇ ਬਚਨ ਆਇਆ, ਸਾਹਿਬ ਕਹਿੰਦੇ ਹਰ ਜੀਉ ਮਰੈ ਨਾ ਜਾਏ, ਗੁਰ ਕੈ ਸਹਿ ਸੁਭਾਏ, ਸਾਤਨ ਕੰਤ ਪਿਆਰੀ, ਸਚ ਸੰਜਮ ਸਦਾ ਹੈ, ਨਿਰਮਲ ਗੁਰ ਕੈ ਸ਼ਬਦ ਸ਼ਿੰਗਾਰੀ। ਸੱਚ ਦਾ ਇੱਕ ਸੰਜਮੀ ਜੀਵਨ ਆ ਗਿਆ ਤੇ ਗੁਰੂ ਕੇ ਸ਼ਬਦ ਦਾ ਸ਼ਿੰਗਾਰ ਬਣ ਗਿਆ। ਇਹ ਬੜਾ ਵੱਡਾ ਸ਼ਿੰਗਾਰ ਹੈ। ਬੰਦਾ ਜੇ ਬਾਣੀ ਨੂੰ ਪੜ੍ਹਦੇ ਆ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਦੇਖੋ ਬੰਦਾ ਤਾ ਉਮਰ ਇਸ ਮਡੋਲੀ ਨੂੰ ਸਜਾਉਂਦਾ ਆ, ਇਹਨੂੰ ਹੀ ਨਿਹਾਰੀ ਜਾਂਦਾ, ਇਹਦੇ ਉੱਤੇ ਹੀ ਦੁਨੀਆ ਭਰ ਦਾ ਸਭ ਪਾ ਪਾ ਕੇ ਸਮਾਨ। ਸਾਹਿਬ ਕਹਿੰਦੇ ਉਹ ਭਲੇ ਬੰਦੇ, ਇਹ ਸ਼ਿੰਗਾਰ ਤੇ ਝੂਠੇ ਹੈ ਨੇ ਤੇ ਆਪਣੇ ਆਪ ਵਿੱਚ ਆ ਝੂਠ ਹੈ ਇਟਸੈਲਫ। ਇਹਨੇ ਖਤਮ ਹੋ ਜਾਣਾ ਇੱਕ ਦਿਨ। ਸ਼ਿੰਗਾਰ ਉਹ ਕਰ ਜਿਹੜਾ ਆ ਖਤਮ ਵੀ ਹੋ ਜਾਏ, ਸ਼ਿੰਗਾਰ ਤੇਰੇ ਨਾਲ ਜਾਏ। ਗੁਣਾਂ ਦਾ ਸ਼ਿੰਗਾਰ ਹੈ। ਇਹੋ ਜਿਹੇ ਅਮਲ, ਇਹੋ ਜਿਹੇ ਇਸ ਤਰੀਕੇ ਦੇ ਐਕਟਸ ਕਰਨ ਦੀ ਜਾਂਚ ਆਏ, ਇਸ ਕਿਸਮ ਦਾ ਐਕਸ਼ਨ ਬੰਦਾ ਅਡਾਪਟ ਕਰੇ ਕਿ ਜਿਹੜੇ ਉਹਦੇ ਰਿਜ਼ਲਟਸ ਤੇ ਕੌਨਸੀਕੁਐਂਸਿਸ ਆਉਣੇ ਨੇ, ਉਹ ਜਿਹੜੇ ਚ ਸਿੱਟੇ ਨਿਕਲਣੇ ਨੇ, ਉਹ ਸਿਰਫ ਇਸ ਜ਼ਿੰਦਗੀ ਨੂੰ ਅਫੈਕਟ ਨਾ ਕਰਨ ਪੋਜ਼ਿਟਿਵਲੀ, ਬਲਕਿ ਇਹ ਖਤਮ ਵੀ ਹੋ ਜਾਏ, ਅਗਲੇ ਜਹਾਨ ਦੀ ਦੌਲਤ ਵੀ ਕੋਲ ਹੋਏ। ਉਹਦੀ ਬਾਤ ਹੋ ਰਹੀ ਹੈ ਇਹਦੇ ਵਿੱਚ। ਸਾਹਿਬ ਜ਼ਿਕਰ ਕਰਦੇ ਕਿ ਗੁਰ ਕੈ ਸ਼ਬਦ ਸ਼ਿੰਗਾਰੀ, ਮੇਰਾ ਪ੍ਰਭ ਸਾਚਾ ਸਦ ਹੀ ਸਾਚਾ, ਜਿਨੇ ਆਪੇ ਆਪ ਉਪਾਇਆ। ਬਾਕੀ ਰੱਬ ਬਾਰੇ ਕਿੰਨੀ ਕੁ ਗੱਲ ਕਰਾਂਗੇ। ਸਾਹਿਬ ਕਹਿੰਦੇ ਸੱਚਾ ਆ, ਸਦਾ ਰਹਿਣ ਵਾਲਾ ਆ, ਤੇ ਆਪਣੇ ਆਪ ਨੂੰ ਆਪ ਉਪਾਇਆ। ਸਹਿਬੰਗ ਸਵਯੰਭੂ, ਸੈਲਫ ਇਲੂਮੀਨੇਟਿਡ, ਕਿਸੇ ਨੇ ਨਹੀਂ ਬਣਾਇਆ ਉਹਨੂੰ, ਉਹਨੇ ਆਪਣੇ ਆਪ ਨੂੰ ਆਪ ਉਪਾਇਆ ਹੈ। ਸੋ ਦੀ ਬਾਤ ਹੋ ਰਹੀ ਹੈ। ਨਾਨਕ ਸਦਾ ਪਿਰ ਰਾਵੇ ਆਪਣਾ, ਜਿਨ ਗੁਰ ਚਰਣੀ ਚਿਤ ਲਾਇਆ। ਇਹ ਨਾਨਕ ਸਦਾ ਉਸ ਪਿਰ ਦੇ ਨਾਲ ਸਾਂਝ ਬਣਾ ਕੇ ਉਹਦਾ ਰਵਣ ਕਰਾਈਏ, ਜਿਨ ਗੁਰ ਚਰਣੀ ਚਿਤ ਲਾਇਆ। ਪਰ ਇਹ ਰੂਹ ਉਹੀ ਕਰ ਸਕਦੀ ਜਿਹਨੇ ਗੁਰੂ ਦੇ ਚਰਨਾਂ ਦੇ ਨਾਲ ਚਿਤ ਲਾ ਲਿਆ, ਜਿਹੜਾ ਗੁਰੂ ਕੇ ਦੱਸੇ ਹੋਏ ਮੈਸੇਜ ਨੂੰ ਫੋਲੋ ਕਰਨ ਲੱਗ ਗਿਆ। ਸਾਹਿਬ ਰਹਿਮਤ ਕਰਨੇ ਨਾਲ ਆਲਮੀ ਵਾਕਿਆ ਚੋਂ ਚੰਗੇਰੀ ਪ੍ਰੇਰਣਾ ਮਿਲੇ। ਕਿਸਾਨ ਜੋ ਸੰਘਰਸ਼ੀਲ ਨੇ ਆਪਣੇ ਹੱਕਾਂ ਹਕੂਕਾਂ ਵਾਸਤੇ, ਉਹਨਾਂ ਦੀ ਚੜ੍ਹਦੀ ਕਲਾ ਤੇ ਸਫਲਤਾ ਦੀ ਅਰਦਾਸ ਕਰਦਿਆਂ ਹੋਇਆਂ